महिला ने ਜਿਹੜਾ ਹੈਗਾ शारीरिक शोषण ਦੇ ਜਿਹੜੇ ਆਰੋਪ ਲਾਏ ਕੀ ਹੈ ਕੀ ਪੂਰਾ ਮਾਮਲਾ ਜੀ? हाँ, सब तो पहला तो सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਹਲਕਾ ਨਿਵਾਸੀਆਂ ਨੂੰ, ਅਬੋਹਰ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਇਹ ਮਾਮਲਾ ਜਿਹੜਾ ਪਿਛਲੇ 2-3 ਦਿਨਾਂ ਤੋਂ ਚੱਲ ਰਿਹਾ ਹੈ, ਗੰਭੀਰ ਮਾਮਲਾ ਹੈ। ਸਾਡੇ ਤੇ ਵੀ ਗੰਭੀਰ ਆਰੋਪ ਲੱਗੇ ਹੈ। ਬਹੁਤ ਸਾਡੇ ਵਾਸਤੇ ਵੀ ਇਹ ਇੱਕ ਵਾਰੀ ਬੰਦੇ ਨੂੰ ਹੁੰਦਾ ਹੈ ਕਿ ਇਹੋ ਜਿਹੇ ਮਸਲੇ ਨੂੰ ਆਪਣੇ ਤੇ ਹੰਡਾਉਣਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ। ਪਰ ਫਿਰ ਵੀ ਮੈਂ ਦਲੇਰੀ ਦੇ ਨਾਲ, ਹੌਸਲੇ ਦੇ ਨਾਲ ਤੁਹਾਡੇ ਸਾਹਮਣੇ ਬੈਠਾ। ਸਵੇਰ ਤੋਂ ਲੋਕਾਂ ਦੇ ਵਿੱਚ ਵੀ ਬੈਠਾ, ਇੱਥੇ ਬੈਠਾ, ਮੈਂ ਆਫਿਸ 'ਚ ਬੈਠਾ। ਜਿਹੜਾ ਮਾਮਲਾ ਕੱਲ ਸ਼ੁਰੂ ਹੋਇਆ ਹੈ, ਇਹ ਕੋਈ ਮਹਿਲਾ ਹੈ ਬਬੀਤਾ ਕੁਮਾਰੀ ਗੰਗਾ ਨਗਰ ਤੋਂ, ਜਿਨ੍ਹਾਂ ਵੱਲੋਂ ਇਹ ਸਾਰੇ ਆਰੋਪ ਜਿਹੜੇ ਆ ਉਹ ਲਗਾਏ ਗਏ ਆ। ਇਹਦੇ ਵਿੱਚ ਮੈਂ ਜੋ ਵੀ ਗੱਲ ਕਹਾਂਗਾ ਤੁਹਾਡੇ ਸਾਰਿਆਂ ਦੇ ਸਾਹਮਣੇ, ਕਿਉਂਕਿ ਸਾਰੇ ਲੋਕਾਂ ਨੇ ਸੁਣਨੀ, ਪੰਜਾਬ ਵਾਸੀਆਂ ਨੇ ਸੁਣਨੀ, ਬਹੁਤ ਸਾਰੇ ਚੈਨਲਾਂ ਨੇ ਬਿਨਾਂ ਵਰਜ਼ਨ ਲਏ ਆਪਣੇ ਵੱਲੋਂ ਵੀ ਚਲਾਇਆ, ਕਿਉਂਕਿ ਹਰ ਕਿਸੇ ਨੂੰ ਇਹ ਹੁੰਦਾ ਹੈ ਕਿ ਮੇਰੇ ਵਿਊ ਥੋੜ੍ਹੇ ਜਿਹੇ ਜ਼ਿਆਦਾ ਆ ਜਾਣਗੇ। ਕਿਸੇ ਪੋਲੀਟੀਕਲ ਬੰਦੇ ਦਾ ਨਾਮ ਹੈ ਤਾਂ ਉਹ ਵੀਡੀਓ ਚੱਲਦੀ ਬਹੁਤ ਹੈ, ਤਾਂ ਹਰ ਕਿਸੇ ਨੇ ਚਲਾਈ ਹੋਈ। ਤਾਂ ਮੈਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਦੱਸਾਂਗਾ, ਕਿਉਂਕਿ ਮੇਰਾ ਪੱਖ ਲੋਕਾਂ ਦੇ ਸਾਹਮਣੇ ਰੱਖਣਾ, ਪੰਜਾਬ ਦੇ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ, ਜਿਸ ਪਾਰਟੀ ਨੇ ਬੜੇ ਮਾਣ ਤੇ ਸਤਿਕਾਰ ਦੇ ਨਾਲ ਆਪਦੇ ਇੱਕ ਵਰਕਰ ਨੂੰ ਟਿਕਟ ਦਿੱਤੀ ਸੀ। ਜੇ ਅੱਜ ਮੇਰੇ ਤੇ ਗੱਲ ਆਈ ਹੈ ਤਾਂ ਉਹ ਮੇਰੇ ਤੋਂ ਪਹਿਲਾਂ ਮੇਰੀ ਪਾਰਟੀ ਤੇ ਗੱਲ ਆਈ ਹੈ, ਜਿਹਦੇ ਨਾਲ ਮੇਰੀ ਪਾਰਟੀ ਦਾ ਅਕਸ਼ ਵੀ ਖਰਾਬ ਹੁੰਦਾ ਹੈ। ਤਾਂ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਇਸ ਕਰਕੇ ਜਿਹੜਾ ਮੇਰੀ ਪਾਰਟੀ ਦਾ ਨਾਮ ਵੀ ਕਿਤੇ ਨਾ ਕਿਤੇ ਇਹਨੂੰ ਧੱਕਾ ਲੱਗਿਆ। ਪਰ ਇਹ ਜਿਹੜਾ ਮਾਮਲਾ ਹੈ, ਇਹਨੂੰ ਮੈਂ ਤੁਹਾਡੇ ਸਾਹਮਣੇ ਬੜੀ ਇਮਾਨਦਾਰੀ ਨਾਲ ਕੱਲੀ ਗੱਲ ਸੱਚ ਤੁਹਾਡੇ ਸਾਹਮਣੇ ਤੁਹਾਡੇ ਜਰੀਏ ਲੋਕਾਂ ਤੱਕ ਰੱਖਣਾ ਚਾਹਾਂਗਾ। ਇਹ ਜੋ ਬਬੀਤਾ ਕੁਮਾਰੀ ਹੈ, ਗੰਗਾ ਨਗਰ ਦੇ ਰਹਿਣ ਵਾਲੇ ਹੈ, ਤਾਂ ਇਹਨਾਂ ਵੱਲੋਂ ਇਹ ਮੇਰੇ ਪਿਛਲੇ 5-6 ਮਹੀਨਿਆਂ ਤੋਂ ਸੰਪਰਕ 'ਚ ਆਏ ਹੈ। ਇਹ ਗੱਲ ਸ਼ਾਇਦ ਮੇਰੇ ਘਰੇ ਵੀ ਨਹੀਂ ਪਤਾ ਹੋਊਗੀ, ਕਿਉਂਕਿ ਜਦੋਂ ਕੋਈ ਮਸਲਾ ਖੜਾ ਹੋ ਜਾਂਦਾ ਹੈ ਤਾਂ ਉਹਨੂੰ ਬੰਦਾ ਕਈ ਵਾਰੀ ਉਲਝ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ। ਤਾਂ ਪਿਛਲੇ 5-6 ਮਹੀਨਿਆਂ ਤੋਂ ਮੇਰੇ ਸੰਪਰਕ 'ਚ ਆਏ ਹੈ। ਇੱਥੇ ਵਾਰ-ਵਾਰ ਇਸ ਦਫ਼ਤਰ 'ਚ ਵੀ ਵਾਰ-ਵਾਰ ਆਉਂਦੇ ਰਹੇ ਹੈ। ਉਹਦੀ CCTV ਫੁਟੇਜ ਵੀ ਜਿਹੜੀ ਹੈ ਉਹ ਸਾਡੇ ਇੱਥੇ ਮੌਜੂਦ ਹੋਏਗੀ। ਕੰਮ ਵਾਸਤੇ ਨਹੀਂ, ਕਈ ਵਾਰੀ ਮੈਂ ਨਹੀਂ ਹੁੰਦਾ ਸੀ ਤਾਂ ਸਾਰੀ ਦਿਹਾੜੀ ਇੱਥੇ ਆਫਿਸ 'ਚ ਬੈਠੇ ਰਹਿੰਦੇ ਸੀ, ਸਾਰੀ ਦਿਹਾੜੀ ਇੱਥੇ ਬੈਠ ਕੇ ਚਲੇ ਜਾਂਦੇ ਸੀ। ਇੱਦਾਂ ਦਾ ਵੀ ਇੱਥੇ ਹੁੰਦਾ ਰਿਹਾ। ਤਾਂ ਧੀਰੇ ਇਹਨਾਂ ਨੇ ਫੋਨ ਕਾਲ ਤੇ ਗੱਲਬਾਤ ਜਿਹੜੀ ਹੈ ਉਹ ਬਿਲਕੁਲ ਹੋਣ ਲੱਗ ਗਈ ਸੀ ਇਹਨਾਂ ਨਾਲ। ਪਰ ਜਿਹੜੀ ਬੜੀ ਜ਼ਰੂਰੀ ਗੱਲ ਹੈ, ਜਿਹੜੀ ਬੜੀ ਇੰਪੋਰਟੈਂਟ ਗੱਲ ਹੈ, ਉਹ ਇਹ ਹੈ ਕਿ ਮੈਨੂੰ ਨਹੀਂ ਪਤਾ ਸੀ। ਠੀਕ ਹੈ, ਕਈ ਵਾਰੀ ਅਟਰੈਕਸ਼ਨ ਹੋ ਜਾਂਦੀ ਹੈ, ਕਿਸੇ ਨੂੰ ਵੀ ਹੋ ਜਾਂਦੀ ਹੈ, ਅਸੀਂ ਇਨਸਾਨ ਹਾਂ। ਪਰ ਜਿਹੜਾ ਇਹ ਮਾਮਲਾ ਹੈ, ਇਹਦੇ ਵਿੱਚ ਹੋਇਆ ਕਿ ਇਹਨਾਂ ਨੇ ਜਦੋਂ ਗੱਲਬਾਤ ਹੋਣ ਲੱਗ ਗਈ, 1-2 ਵਾਰੀ ਇੱਥੇ ਇਕੱਠੇ ਵੀ ਹੋਏ, ਤਾਂ ਇਹਨਾਂ ਨੇ ਹਰ ਇੱਕ ਚੀਜ਼ ਦੀ ਰਿਕਾਰਡਿੰਗ, ਹਰ ਇੱਕ ਚੀਜ਼ ਦੀ ਵੀਡੀਓ ਰਿਕਾਰਡਿੰਗ, ਇਹ ਮੈਂ ਤੁਹਾਨੂੰ ਦੱਸਦਾ, ਇਹ ਵੈਲ ਟ੍ਰੇਨਡ ਨੇ। ਇਹਨਾਂ ਨੂੰ ਹਰ ਇੱਕ ਚੀਜ਼ ਦੇ ਬਾਰੇ ਪ੍ਰੋਪਰ ਜਾਣਕਾਰੀ, ਕਿਉਂਕਿ ਇਹਨਾਂ ਨੇ ਬਹੁਤ ਸਾਰੇ ਪੁੱਠੇ ਸਿੱਧੇ ਆਪਰੇਸ਼ਨ ਕੀਤੇ ਹੈ, ਇਹਨਾਂ ਤੋਂ ਕਰਵਾਏ ਗਏ ਆ। ਉਹ ਮੇਰੇ ਕੋਲ ਸਾਰੀ ਡਿਟੇਲ ਹੈ, ਕਿਹਨੇ ਕਰਵਾਏ ਹੈ, ਕਿਸ ਕੰਮ ਵਾਸਤੇ ਕਰਵਾਏ ਹੈ, ਉਹ ਸਾਰੇ ਆਪਰੇਸ਼ਨ ਕਰਵਾਏ ਗਏ। ਤਾਂ ਇਹਨਾਂ ਨੇ ਟਾਰਗੇਟ ਕਰਕੇ ਮੈਨੂੰ ਚੁਣਿਆ। ਉਹਦੇ ਪਿੱਛੇ ਕਿਹਨਾਂ ਲੋਕਾਂ ਦਾ ਹੱਥ ਹੈ? ਬਹੁਤ ਸਾਰੇ ਤਾਂ ਅੱਜ ਲੋਕਾਂ ਦੇ ਸਾਹਮਣੇ ਵੀ ਆ ਚੁੱਕੇ ਆ, ਨੰਗੇ ਹੋ ਚੁੱਕੇ ਆ, ਕਿਉਂਕਿ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਸਵੇਰ ਤੋਂ ਸ਼ਾਮ ਤੱਕ ਉਹਨਾਂ ਦਾ ਇੱਕੋ ਕੰਮ ਹੈ ਕਿ ਦੀਪ ਕੰਬੋਜ। ਉਹ ਜੋ ਕਰ ਸਕਦੇ ਆ ਉਹਨਾਂ ਨੇ ਕੀਤਾ ਹੈ, ਕਰ ਰਹੇ ਹੈ। ਕਹਿੰਦੇ ਉਹ ਅਸੀਂ ਪਾਰਟੀ ਦੇ, ਪਰ ਉਹ ਇਸ ਕੰਮ ਤੇ ਲੱਗੇ ਹੋਏ ਆ। ਤਾਂ ਇਸ ਸਾਰੀ ਫਿਲਮ ਦੇ ਪਿੱਛੇ ਜਿਹੜਾ ਹੱਥ ਹੈ, ਮੈਨੂੰ ਲੱਗਦਾ ਉਹਨਾਂ ਦਾ। ਤਾਂ ਮੇਰੇ ਬਾਰੇ ਜੋ ਅੱਜ ਇਹਨਾਂ ਨੇ ਕੱਲ ਜੋ ਬੋਲਿਆ, ਉਹਦੀ ਇੱਕ FIR ਵੀ ਜਿਹੜੀ ਅੱਜ ਗੰਗਾ ਨਗਰ ਦੇ ਵਿੱਚ ਲਾਂਚ ਕਰਵਾਈ ਗਈ ਹੈ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਇਸ ਮਾਮਲੇ ਦੇ ਵਿੱਚ ਮੈਂ ਪਰਸੋਂ ਮਾਨਯੋਗ SSP ਫਾਜ਼ਿਲਕਾ ਜੀ ਨੂੰ ਖੁਦ ਮਿਲਿਆ ਸੀ ਪਹਿਲਾਂ ਜਾ ਕੇ, ਕਿਉਂਕਿ ਮੈਂ ਇੰਨਾ ਕੁ ਪਰੇਸ਼ਾਨ ਹੋ ਚੁੱਕਿਆ ਸੀ, ਟਾਰਚਰ ਹੋ ਚੁੱਕਿਆ ਸੀ। ਮੈਨੂੰ ਕਈ ਵਾਰੀ ਤਾਂ ਐਂ ਲੱਗਦਾ ਸੀ ਕਿ ਜ਼ਿੰਦਗੀ ਖਤਮ ਹੈ, ਮੈਂ ਲੋਕਾਂ ਦਾ ਕੀ ਕਰਾਂਗਾ ਜਦੋਂ ਮੈਂ ਹੀ ਠੀਕ ਨਹੀਂ। ਤਾਂ ਮੈਂ ਇੰਨਾ ਪਰੇਸ਼ਾਨ ਸੀ, ਕਿਉਂਕਿ ਹਰ ਇੱਕ ਕੰਮ ਲਈ ਟਾਰਚਰ ਕੀਤਾ ਜਾਂਦਾ ਸੀ। ਮਿਲਣ ਲਈ ਟਾਰਚਰ, ਜੇ ਇੱਥੇ ਬੈਠਾ ਕਿਸੇ ਦੀ ਸੁਣ ਰਿਹਾ ਤਾਂ ਜੇ ਕਹਿਤਾ ਵੀਡੀਓ ਕਾਲ ਕਰੋ, ਤਾਂ ਜੇ ਨਹੀਂ ਕੀਤੀ ਤਾਂ ਟਾਰਚਰ। ਸਿੱਧਾ ਜਵਾਬ ਹੁੰਦਾ ਸੀ, ਜੇ ਹੁਣੇ ਨਾ ਕੀਤੀ ਤਾਂ ਮੇਰੇ ਕੋਲ ਜੋ ਆਡੀਓ ਵੀਡੀਓ ਮੈਂ ਸਭ ਕੁਝ ਡਿਸਕਲੋਜ਼ ਕਰ ਦਿੰਦਾ। ਹਾਲਾਂਕਿ ਉਹਦੇ ਵਿੱਚ ਕੁਝ ਆਪੱਤੀਜਨਕ ਨਹੀਂ ਸੀ,
ਪਰ ਮੈਂ ਜਿਸ ਚੇਅਰ ਤੇ ਬੈਠਾ ਸੀ ਮੈਨੂੰ ਡਰ ਸੀ ਕਿ ਮੈਨੂੰ ਇਹਦੀ ਗੱਲ ਮੰਨ ਕੇ ਕਿਵੇਂ ਨਾ ਕਿਵੇਂ ਇਹਦੇ ਤੋਂ ਖਹਿੜਾ ਛਡਾਉਣਾ ਚਾਹੀਦਾ, ਮੈਨੂੰ ਇਹਦੇ ਨਾਲ ਗੱਲ ਕਰਨੀ ਚਾਹੀਦੀ। ਮੈਂ ਵਾਰ-ਵਾਰ ਗੱਲ ਕੀਤੀ, ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹਦੀ ਹਰ ਇੱਕ ਗੱਲ ਮੰਨਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਹੱਲ ਕਰੀਏ। ਪਰ ਲਾਸਟ ਤੇ ਕੀ ਹੋਇਆ, ਇਹਦੇ ਵੱਲੋਂ ਪਿਛਲੇ 20 ਦਿਨਾਂ ਤੋਂ ਮੇਰੇ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਮੈਨੂੰ ਐਪਲ ਆਈਫੋਨ 14 ਲੈ ਕੇ ਦਿਓ। ਉਹ ਔਨ ਰਿਕਾਰਡ ਹੈ ਮੇਰੇ ਕੋਲ ਸਾਰਾ ਕੁਝ, ਮੈਂ ਹੁਣੇ ਤੁਹਾਡੇ ਸਾਹਮਣੇ ਡਿਸਕਲੋਜ਼ ਵੀ ਕਰਾਂ। ਮੈਂ ਕਿਹਾ ਜੀ ਮੇਰੇ ਕੋਲ ਤਾਂ ਇਦਾਂ ਦਾ ਕੁਝ ਹੈ ਨਹੀਂ, ਮੈਂ ਤਾਂ ਗਰੀਬ ਬੰਦਾ, ਠੀਕ ਹੈ ਮੇਰੀ ਪਾਰਟੀ ਨੇ ਡਿਊਟੀ ਲਾਈ ਹੈ, ਮੈਂ ਤਾਂ ਹੁਣ ਵੀ ਸੇਵਾ ਤੇ ਬੈਠਾ, ਮੇਰਾ ਕੋਈ ਕੰਮ ਨਹੀਂ ਚੱਲਦਾ, ਮੇਰੀ ਕੋਈ ਤਨਖਾਹ ਨਹੀਂ ਲੱਗੀ। ਜਿੰਨੇ ਕੁ ਜੋਗਾ ਮੈਂ ਆਪਦੇ ਪਰਿਵਾਰ ਨਾਲ ਉਹਨਾਂ ਦੀ ਸਹਾਇਤਾ ਦੇ ਨਾਲ ਮੈਂ ਕਰ ਰਿਹਾ। ਤਾਂ ਇਹਨੇ ਵਾਰ-ਵਾਰ ਉਹਦੀ ਮੰਗ ਕੀਤੀ, ਮੈਂ ਬੜੀ ਮੁਸ਼ਕਿਲ ਨਾਲ ਮਿਹਨਤ ਤਰਲਾ ਕਰਕੇ ਮੈਂ ਬੜੀ ਮੁਸ਼ਕਿਲ ਨਾਲ ਖਹਿੜਾ ਛਡਾਇਆ ਕਿ ਮੇਰੇ ਕੋਲ ਪੈਸੇ। ਤਾਂ ਉਹਦੇ ਵਾਸਤੇ ਵੀ ਇਹਨੇ ਬਹੁਤ ਟੌਰਚਰ ਕੀਤਾ ਕਿ ਜੇ ਤੁਸੀਂ ਨਾ ਕੀਤਾ ਤਾਂ ਮੈਂ ਮੀਡੀਆ ਦੇ ਵਿੱਚ ਆਊਂ। ਵਾਰ-ਵਾਰ ਕਿਹਾ ਗਿਆ ਭੰਡਾਰੀ, ਨਰੂਲਾ, ਮੈਂ ਇਹਨਾਂ ਦੇ ਨਾਮ ਲਵਾਂਗਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਰਿਕਾਰਡ ਨੇ ਕਿ ਜੇ ਤੁਸੀਂ ਨਾ ਕਰੋਗੇ, ਸਾਰੇ ਮੇਰੇ ਸੰਪਰਕ 'ਚ ਹੈ, ਇਹ ਸਾਰਿਆਂ ਨੇ ਮੈਨੂੰ ਕਿਹਾ ਕਿ ਤੂੰ ਸਾਡੇ ਨਾਲ ਆ ਜਾ, ਅਸੀਂ ਤੇਰੀ ਸਾਰੀ ਮਦਦ ਕਰਾਂਗੇ, ਤੂੰ ਬਸ ਬੋਲਣਾ ਹੈ, ਮੀਡੀਆ ਅੱਗੇ ਬੈਠਣਾ। ਤਾਂ ਮੈਨੂੰ ਵਾਰ-ਵਾਰ ਇਸ ਗੱਲ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਮੈਂ ਡਰਿਆ ਵੀ, ਮੈਨੂੰ ਲੱਗਿਆ ਕਿ ਮੇਰਾ ਨੁਕਸਾਨ ਹੋ ਰਿਹਾ, ਮੈਂ ਕਿਵੇਂ ਨਾ ਕਿਵੇਂ ਇਹਦੀ ਗੱਲ ਮੰਨ ਕੇ ਇਹਨੂੰ ਸੈਟੀਸਫਾਈ ਕਰਾਂ। ਹੁਣ 3-4 ਦਿਨ ਪਹਿਲਾਂ ਤੋਂ ਫੇਰ ਉਹੀ ਕੁਝ ਵੱਖ-ਵੱਖ ਚੀਜ਼ਾਂ ਦੀ ਮੰਗ। ਹੱਦ ਉਦੋਂ ਹੋ ਗਈ ਜਦੋਂ ਇਹਨੇ ਮਿਲਣ ਵਾਸਤੇ ਕਿਹਾ, ਮੈਂ ਕਿਹਾ ਮੇਰੇ ਕੋਲ ਟਾਈਮ ਨਹੀਂ, ਮੈਂ ਨਹੀਂ ਆ ਸਕਦਾ, ਮੈਂ ਬਿਜੀ। ਤਾਂ ਇਹਨੇ ਗੱਡੀ ਚੱਕੀ, ਰਾਤ ਨੂੰ ਮੇਰੇ ਪਿੰਡ ਪਹੁੰਚ ਗਈ, ਘਰ ਜਾ ਕੇ ਗੇਟ ਖੜਕਾਏ, ਰਾਤ ਨੂੰ 12-1 ਵਜੇ ਦਾ ਟਾਈਮ, दारू ਪੀ ਕੇ ਉੱਥੇ ਜਲੂਸ ਕੱਢਿਆ ਪੂਰਾ ਜਿੰਨਾ ਇਹ ਕਰ ਸਕਦਾ। ਮੈਨੂੰ ਡਰ ਹੋ ਗਿਆ, ਮੈਂ ਮੁੰਡੇ ਭੇਜੇ ਉਸ ਤੋਂ ਬਾਅਦ ਆਪਦੇ। ਮੈਂ ਕਿਹਾ ਯਾਰ ਕਿਵੇਂ ਮਰਜ਼ੀ ਇਹਦੇ ਨਾਲ ਗੱਲ ਕਰੋ ਵੀ ਕੀ ਪ੍ਰੋਬਲਮ ਕੀ ਹੈ, ਵੀ ਅਸੀਂ ਜਦੋਂ ਤੇਰਾ ਕੁਝ ਮਾੜਾ ਨਹੀਂ ਕਰਿਆ, ਤੇਰੇ ਨਾਲ ਕੋਈ ਗੱਲ ਨਹੀਂ, ਠੀਕ ਹੈ, ਜੇ ਗੱਲ ਹੁੰਦੀ ਹੈ ਤਾਂ ਤੇਰੀ ਕੰਸੈਂਟ ਨਾਲ ਹੁੰਦੀ ਹੈ, ਉਹ ਵੀ ਆਪਣੇ ਕੋਲ ਔਨ ਰਿਕਾਰਡ ਹੈ। ਤਾਂ ਇਹਨਾਂ ਨੇ ਜਦੋਂ ਜਾ ਕੇ ਗੱਲ ਕੀਤੀ, ਕਹਿੰਦੇ ਵੀ ਦਿੱਕਤ ਕੀ ਹੈ, ਮਸਲੇ ਦਾ ਹੱਲ ਕਿਵੇਂ ਕਰੀਏ, ਵੀ ਕਿਉਂ ਤੁਸੀਂ ਬਿਨਾਂ ਗੱਲ ਤੋਂ ਪਰੇਸ਼ਾਨ ਕਰ ਰਹੇ ਹੋ। ਤਾਂ ਉਹਨੇ ਕਿਹਾ ਕਿ ਮੈਨੂੰ 30 ਲੱਖ ਰੁਪਈਆ ਚਾਹੀਦਾ ਹੈ ਜੇ ਜਾਨ ਛਡਾਉਣੀ ਹੈ ਤਾਂ ਮੇਰੀ। ਇਹਦੀ ਮੈਂ ਕਲਿੱਪ ਤੁਹਾਨੂੰ ਥੋੜੀ ਜਿਹੀ ਸੁਣਾ ਦਿੰਦਾ, ਬਾਕੀ ਜਿਹੜੀ ਹੈ ਉਹ ਮੈਂ ਤੁਹਾਨੂੰ ਬਾਅਦ 'ਚ ਸੈਂਡ ਕਰ ਦਿਆਂਗਾ, ਤੁਹਾਡੇ ਰਿਕਾਰਡ 'ਚ ਰਹੇਗੀ। ਤਾਂ ਮੈਂ ਇਹ ਕਲਿੱਪ ਤੁਹਾਨੂੰ ਸੈਂਡ ਕਰ ਦਿੰਦਾ, ਸੁਣਾ ਦਿੰਦਾ ਤੁਹਾਡੇ ਸਾਹਮਣੇ। ਇਹ ਤਾਂ 30 ਲੱਖ ਰੁਪਏ ਦੀ ਜਿਹੜੀ ਮੰਗ ਕੀਤੀ ਗਈ, ਜਿਹਦੇ ਤੋਂ ਬਾਅਦ ਮੈਨੂੰ ਲੱਗਿਆ ਕਿ ਇੱਥੋਂ ਜਿਹੜਾ ਖਹਿੜਾ ਛਡਾਉਣਾ ਹੈ ਉਹ ਬਹੁਤ ਔਖਾ ਹੈ। ਇਹਨੇ ਹਰ ਇੱਕ ਚੀਜ਼ ਨੂੰ ਪੂਰਾ, ਜਿੱਦਾਂ ਹਨੀ ਟਰੈਪ ਹੁੰਦੇ ਆ ਮਸਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ, ਇਹਨੇ ਪੂਰਾ ਹਨੀ ਟਰੈਪ ਲਾ ਕੇ ਉਹ ਸਾਰਾ ਹਰ ਇੱਕ ਚੀਜ਼ ਨੂੰ ਰਿਕਾਰਡ ਤੇ ਲਿਆ ਕਿ ਇਹਨਾਂ ਨੂੰ ਡਰਾਇਆ ਜਾ ਸਕਦਾ ਹੈ, ਕਿਉਂਕਿ ਪੋਲੀਟੀਕਲ ਲਾਈਫ 'ਚ ਸੀ ਮੈਂ, ਤਾਂ ਇਹਨੂੰ ਇਸ ਗੱਲ ਕਲੀਅਰ ਸੀ ਕਿ ਇਹਨਾਂ ਨੂੰ ਡਰਾਇਆ ਜਾ ਸਕਦਾ। ਤਾਂ ਇਹਨੇ ਇਹ ਸਾਰਾ ਕੁਝ ਰਿਕਾਰਡ ਕਰਕੇ 30 ਲੱਖ ਰੁਪਏ ਦੀ ਮੰਗ ਕੀਤੀ। ਤਾਂ ਜਦੋਂ ਮੈਨੂੰ ਲੱਗਿਆ ਕਿ ਹੁਣ ਜਾਨ ਛਡਾਉਣੀ ਔਖੀ ਹੈ, ਵੀ ਦੋਨਾਂ ਪਾਸੇ ਇੱਧਰ ਵੀ ਖਾਈਏ, ਕਿਉਂ ਨਾ ਸਹੀ ਵਾਲੇ ਪਾਸੇ ਜਾਈਏ, ਜੇ ਇਸ ਪਾਸੇ ਗਏ ਤਾਂ ਅੱਜ ਨਹੀਂ ਤਾਂ ਕੱਲ ਫੇਰ ਮਰਨਾ ਹੀ ਹੈ, ਤਾਂ ਇਹਦੇ ਨਾਲੋਂ ਚੰਗਾ ਹੈ ਕਿ ਆਪ ਹੀ ਇਸ ਮਾਮਲੇ ਨੂੰ ਡਿਸਕਲੋਜ਼ ਕਰ ਦਈਏ। ਤਾਂ ਮੈਂ ਸਤਿਕਾਰਯੋਗ SSP ਸਾਹਿਬ, ਮਾਨਯੋਗ ਸਾਡੇ ਫਾਜ਼ਿਲਕਾ, ਮੈਂ ਉਹਨਾਂ ਕੋਲ ਗਿਆ ਪਰਸੋਂ। ਮੈਂ ਉਹਨਾਂ ਨੂੰ ਆਪਦੀਆਂ 2 ਕੰਪਲੇਂਟ ਦਿੱਤੀਆਂ, ਉਹਦੇ ਵਿੱਚ ਮੈਂ ਇਹਨਾਂ ਦਾ ਸਾਰਾ ਜ਼ਿਕਰ ਕਰਿਆ, ਮੈਂ ਸਾਰਾ ਰਿਕਾਰਡ ਦਿੱਤਾ ਕਿ ਮੇਰੇ ਤੋਂ ਆਹ ਚੀਜ਼ਾਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ, ਟੌਰਚਰ ਕੀਤਾ ਜਾ ਰਿਹਾ। ਤਾਂ ਜਦੋਂ ਮੈਂ ਉੱਥੇ ਐਪਲੀਕੇਸ਼ਨ ਦਿੱਤੀ ਤਾਂ ਜਿਹੜੇ ਹੁਣ ਹਰ ਰੋਜ਼ ਲਾਈਵ ਕਰਦੇ ਆ, ਇਹਨਾਂ ਨੇ ਹਰ ਜਗ੍ਹਾ ਆਪਦਾ ਸਿਸਟਮ ਬਣਾਇਆ ਹੋਇਆ। ਜਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਦੀਪ ਉੱਥੇ ਪਹੁੰਚਿਆ, ਇਹਨਾਂ ਨੇ ਅਗਲੇ ਦਿਨ ਇਹ ਉੱਥੇ ਪਹੁੰਚ ਗਏ ਤੇ ਇਹਨਾਂ ਨੇ ਆਪਦੇ ਵੱਲੋਂ ਇੱਕ ਸ਼ਿਕਾਇਤ ਕੀਤੀ। ਉਹ ਸ਼ਿਕਾਇਤ ਦੇ ਵਿੱਚ ਲਿਖਿਆ ਪ੍ਰੈਗਨੈਂਸੀ ਰਿਪੋਰਟ ਕੋਈ ਦਿਖਾਈ ਗਈ ਹੈ, ਤੁਸੀਂ ਸਾਰੇ ਮੀਡੀਆ ਵਾਲੇ ਸਾਥੀ ਬੈਠੇ ਹੋ, ਲੋਕਾਂ ਨੇ ਵੀ ਦੇਖਿਆ। ਮੈਂ ਕਹਿੰਦਾ ਕਿ ਦੇਖੋ, ਮੈਂ ਅੱਜ ਤੱਕ ਜੋ ਵੀ ਗੱਲ ਬੋਲੀ ਹੈ ਔਨ ਰਿਕਾਰਡ ਤੁਹਾਡੇ ਸਾਹਮਣੇ ਬੋਲੀ ਹੈ, ਮੈਂ ਉਹਦਾ ਦੇਣਦਾਰ ਹੁੰਨਾ, ਹਮੇਸ਼ਾ ਉਸ ਗੱਲ ਨੂੰ ਮੈਂ ਜਵਾਬਦੇਹ ਸਮਝਦਾ ਹਾਂ। ਇਹੋ ਜਿਹਾ 1% ਵੀ ਕਿਤੇ ਸ਼ੋ ਹੋ ਜੇ ਤਾਂ ਲੋਕਾਂ ਦੀਆਂ ਜੁੱਤੀਆਂ ਤੇ ਮੇਰਾ ਸਿਰ ਜੇ ਸਾਬਤ ਹੋ ਜੇ, ਜਾਂ ਇਦਾਂ ਦਾ ਕੁਝ ਹੋਇਆ ਵੀ ਹੋਵੇ ਵੀ ਜਿਹੜਾ ਇਹਨੇ ਕਿਹਾ ਵੀ ਮੇਰੇ ਨਾਲ ਆ ਹੋਇਆ, ਰੇਪ ਹੋਇਆ ਤੇ ਮੈਂ ਪ੍ਰੈਗਨੈਂਟ ਸੀ ਤੇ ਮੇਰੇ ਨਾਲ ਆ ਕੀਤਾ, ਸਾਰੇ ਦਾ ਸਾਰਾ ਫੇਕ। ਉੱਥੇ ਪ੍ਰੈਗਨੈਂਸੀ ਰਿਪੋਰਟ ਦਿੱਤੀ ਗਈ ਫਾਜ਼ਿਲਕਾ, ਉਹ ਤੋਂ ਬਾਅਦ ਵਾਪਸ ਆ ਕੇ ਜਦੋਂ ਮੀਡੀਆ ਦੇ ਸਾਹਮਣੇ ਇਹਨੇ ਗੱਲ ਰੱਖੀ ਤਾਂ ਉਹਦੇ ਵਿੱਚ ਬੋਲਿਆ ਕਿ ਮੈਨੂੰ ਕੁਝ ਦੇਤਾ ਜੀ, ਭਰੂਣ ਹੱਤਿਆ ਹੋ ਗਈ। ਵੀ ਇਹੋ ਜਿਹਾ ਕਿਹੜਾ ਮਾਮਲਾ ਹੈ? 2 ਦਿਨ ਪਹਿਲਾਂ ਤੁਸੀਂ ਉਹੀ ਰਿਪੋਰਟ ਲੈ ਕੇ ਆ ਰਹੇ ਹੋ ਕਰਵਾ ਕੇ, ਤੇ 2 ਦਿਨ ਵੀ ਨਹੀਂ, 1 ਦਿਨ ਪਹਿਲਾਂ, ਤੇ ਉਸੇ ਦਿਨ ਰਾਤ ਨੂੰ ਤੁਸੀਂ ਅਗਲੇ ਦਿਨ ਉਸ ਰਿਪੋਰਟ ਨੂੰ ਖੁਦ ਹੀ ਖਾਰਜ ਕਰ ਰਹੇ ਹੋ ਕਿ ਭਰੂਣ ਹੱਤਿਆ ਹੋ ਗਈ।
ਤਾਂ ਪੂਰੇ ਦੀ ਪੂਰੀ ਸਟੋਰੀ ਬਣਾ ਕੇ ਲਾਸਟ ਤੱਕ ਮੈਨੂੰ ਕਾਲ ਮੈਸੇਜ ਕਰਕੇ ਇਹ ਕਿਹਾ ਗਿਆ ਕਿ ਕਾਲ ਮੈਸੇਜ ਮਤਲਬ ਉਹਦੀ ਇੰਟੈਂਸ਼ਨ ਸਾਫ਼ ਸੀ ਕਿ ਕਿਵੇਂ ਨਾ ਕਿਵੇਂ ਬਹਿ ਕੇ ਮੇਰੇ ਨਾਲ ਗੱਲ ਕਰਨ, ਮੈਨੂੰ ਕੁਝ ਦੇਣ ਤੇ ਖਹਿੜਾ ਛੱਡੇ। ਪਰ ਮੈਂ ਜੁਰਤ ਰੱਖੀ, ਦਲੇਰੀ ਰੱਖੀ। ਹੁਣ ਇਹਦੇ ਬਾਰੇ ਮੈਂ ਡਿਟੇਲ 'ਚ ਦੱਸ ਦਿਆਂ, ਇਹ ਬਹੁਤ ਜ਼ਰੂਰੀ ਹੈ। ਇਹ ਗੰਗਾਨਗਰ ਪੁਲਿਸ ਦੇ ਵਿੱਚ ਕਾਂਸਟੇਬਲ ਸੀ, ਕਾਂਸਟੇਬਲ ਸੀ। ਉੱਥੋਂ ਇਹਨੂੰ ਮੁਅੱਤਲ ਕੀਤਾ ਹੋਇਆ, ਕੱਢਿਆ ਹੋਇਆ। ਇਹਨੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈਨੀ ਟ੍ਰੈਪਿੰਗ ਵਾਲਾ, ਲੋਕਾਂ ਨੂੰ ਲੁੱਟਣ ਵਾਲਾ, ਇਹ ਦੇਖ ਸਕਦੇ ਹੋ ਤੁਸੀਂ ਫਿੰਡੂ ਲਾਈਵ ਐਂਡ ਫਨ ਚੈਟਿੰਗ। ਇਹਦੇ ਤੇ ਇਹਦੀਆਂ ਵੱਖ-ਵੱਖ ਫੋਟੋਜ਼ ਹੈ, ਇਤਰਾਜ਼ਯੋਗ ਹਾਲਤ 'ਚ ਵੀ ਨੇ, ਉਹ ਮੈਂ ਦਿਖਾਉਣਾ ਨਹੀਂ ਚਾਹੁੰਦਾ ਜਿਹੜੀਆਂ ਇਤਰਾਜ਼ਯੋਗ ਹਾਲਤ 'ਚ ਨੇ। ਫਿਰ ਵੀ ਠੀਕ ਹੈ, ਉਹਨੇ ਜੋ ਵੀ ਕਰਤਾ, ਆਡੀਓ ਵੀਡੀਓ ਲੀਕ ਕਰਤੀਆਂ, ਕਿਸੇ ਵੀ ਬੰਦੇ ਦੀ ਪ੍ਰਾਈਵੇਸੀ ਨੂੰ ਲੀਕ ਕਰਨਾ ਗਲਤ ਹੈ, ਪਰ ਇਹਨੇ ਜਾਣਬੁੱਝ ਕੇ ਕਰਿਆ, ਇਹਦੇ ਤੋਂ ਕਰਵਾਇਆ ਗਿਆ। ਜਿਨ੍ਹਾਂ ਨੇ ਕਰਵਾਇਆ ਉਹ ਸਾਰਿਆਂ ਨੂੰ ਪਤਾ ਹੈ। ਤਾਂ ਇਹ ਇਹਦਾ ਕੰਮ ਸੀ ਜਿੱਥੋਂ ਇਹਨੇ ਸ਼ੁਰੂ ਕੀਤਾ ਹਨੀ ਟ੍ਰੈਪਿੰਗ ਦਾ ਕੰਮ। ਤਾਂ ਐਦਾਂ ਦੇ ਕੱਪੜੇ ਪਾ ਕੇ ਸਾਹਮਣੇ ਬਿਠਾ ਕੇ ਕਿਸੇ ਨੂੰ ਉਹਦੀ ਵੀਡੀਓ ਲੈ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨ ਕਰਨਾ, ਇਹ ਇਹਦਾ ਪੇਸ਼ਾ ਹੈ। ਆ ਨਜਾਇਜ਼ ਹਥਿਆਰ ਵੀ ਇਹਦੇ ਕੋਲ ਨੇ, ਜਿਹੜਾ ਤੁਹਾਡੇ ਸਾਰਿਆਂ ਦੇ ਸਨਮੁਖ ਰੱਖਣਾ ਬਹੁਤ ਜ਼ਰੂਰੀ ਹੈ। ਇਹ ਨਜਾਇਜ਼ ਹਥਿਆਰ ਹੈ ਜਿਹੜੇ ਇਹਦੇ ਕੋਲ ਹੈ। ਤਾਂ ਇਹ ਹੋ ਗਈ ਗੱਲ ਜਿੱਥੋਂ ਇਹਨੇ ਸ਼ੁਰੂ ਕੀਤਾ। ਹੁਣ ਆ ਜਾਓ, ਸਭ ਤੋਂ ਪਹਿਲਾਂ 2022 ਦੀ 47 ਨੰਬਰ FIR ਹੈ। ਇਸ FIR ਦੇ ਵਿੱਚ ਜਿੰਨਾ ਕੁਝ ਲਿਖਿਆ ਹੈ, 3 ਬੰਦਿਆਂ ਤੇ ਇਹ ਜਿਹੜਾ ਪਰਚਾ ਦਰਜ ਹੈ। ਬਬੀਤਾ ਕੁਮਾਰੀ ਇਹਦੇ ਤੇ ਖੁਦ ਤੇ, ਇਹਦੀ ਮਾਤਾ ਤੇ ਇਹਦੇ ਬ੍ਰਦਰ ਤੇ। ਇਹਦੇ ਵਿੱਚ ਸਾਰਾ ਕੁਝ ਉਹੀ ਸੇਮ ਕਹਾਣੀ ਲਿਖੀ ਹੋਈ ਹੈ, ਉਹੀ ਇਸ ਬੰਦੇ ਨੇ ਲਿਖਵਾਇਆ ਜੋ ਮੇਰੇ ਨਾਲ ਹੋ ਰਿਹਾ। ਤਾਂ ਇਹਨੇ ਜਿੰਨੇ ਵੀ ਬੰਦਿਆਂ ਨਾਲ ਜੋ ਕੁਝ ਕੀਤਾ, ਸਾਰਿਆਂ ਨਾਲ ਸੇਮ ਇੱਕੋ ਹੀ ਸਕ੍ਰਿਪਟ 'ਚ ਸਾਰਾ ਕੁਝ ਚੱਲ ਰਿਹਾ। ਤਾਂ ਆ ਪੈਸੇ ਜਿਹੜਾ ਲੈਣ ਦੇਣ ਹੋਇਆ ਇਹਨੇ ਲਏ ਹੈ, ਕਦੇ ਗੂਗਲ ਪੇ ਕਰ ਦਿਓ ਜੀ, ਕਦੇ ਕੀ ਕਰ ਦਿਓ, ਇਹ ਸਾਰਾ ਰਿਕਾਰਡ ਹੈ। ਤਾਂ ਸਭ ਤੋਂ ਪਹਿਲਾ ਸ਼ਿਕਾਰ ਪਹਿਲਾਂ ਇਸ ਬੰਦੇ ਨੂੰ ਸ਼ਿਕਾਰ ਬਣਾਇਆ। ਇਹ ਰੀਸੈਂਟ ਹੈ ਜੋ ਲਾਸਟ ਹੈ। ਇਸ ਤੋਂ ਪਹਿਲਾਂ ਡਿਸਟ੍ਰਿਕਟ ਪ੍ਰਯਾਗਰਾਜ ਸਿਵਲ ਲਾਈਨ ਦੇ ਵਿੱਚ ਜਿਹੜਾ ਮਾਮਲਾ ਦਰਜ ਹੋਇਆ 2019 ਦਾ, ਉੱਥੇ ਵੀ ਕਿਸੇ ਪੋਲੀਟੀਕਲ ਲੀਡਰ ਦੇ ਬੇਟੇ ਦੇ ਨਾਲ ਉਹਨੂੰ ਵੀ ਇਹਨੇ ਐਦਾਂ ਹੀ ਬੁਲਾਇਆ, ਫਸਲਾਇਆ ਇਹਨਾਂ ਐਪਸ ਤੇ, ਉਹਨੂੰ ਵੀ ਹਨੀ ਟ੍ਰੈਪ 'ਚ ਫਸਾਇਆ। ਉਹਦੇ ਤੋਂ ਇਹਨੇ ਮੋਟੀ ਰਕਮ ਵੀ ਲਈ, ਉਹਦੇ ਤੋਂ ਫਲੈਟ ਦੀ ਰਜਿਸਟਰੀ ਕਰਵਾਈ, ਇੱਕ ਕੋਠੀ ਲਈ। ਤਾਂ ਇਹਦਾ ਹੱਥ ਖੁੱਲਿਆ ਹੋਇਆ ਪੂਰਾ ਵੀ ਐਦਾਂ ਕਰਕੇ ਮੇਰਾ ਕੰਮ ਚੱਲਦਾ ਹੈ। ਤਾਂ ਇਹ ਜਿਹੜਾ ਉਹ ਵਾਲਾ ਮਾਮਲਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਇਹ FIR ਹੈ। ਇਹਦਾ ਪੂਰੀ ਡਿਟੇਲ ਇਹਦੇ ਵਿੱਚ ਹੈ, ਤੁਹਾਨੂੰ ਇਹਦੀ ਕਾਪੀ ਦੇ ਦਿਆਂਗੇ, ਤੁਸੀਂ ਦੇਖ ਵੀ ਸਕਦੇ ਹੋ। ਇਹਦੇ 'ਚ ਵੀ ਕਾफ़ी चीज़ां लिखियां। 15 लाख अब तक कैश 15 लाख रुपए उस बंदे तो लए हुए सी। उस तो बाद अकाउंट के माध्यम से 15 लाख ते 41,000 रुपए ਉਹਦੇ ਤੋਂ ਇਸ ਤਰ੍ਹਾਂ ਲਏ। ਫਿਰ ਉਹਨੂੰ ਬਲੈਕਮੇਲ ਕਰਿਆ ਪੂਰੀ ਤਰ੍ਹਾਂ, ਐਦਾਂ ਹੀ ਸਾਰਾ ਕੁਝ ਕਰਕੇ ਉਹਦੇ ਤੋਂ ਪੈਸੇ ਲੁੱਟੇ। ਇਹ 2 ਮਾਮਲੇ ਹੋ ਗਏ। ਫਿਰ ਇਹਦਾ ਜਿਹੜਾ ਇਹ ਹੈ, ਇਹ ਗੰਗਾਨਗਰ ਦਾ ਹੀ ਮਾਮਲਾ ਹੈ। ਕਿਸੇ ਡਾਕਟਰ ਦੇ ਨਾਲ ਇਹਨੇ ਇਹੀ ਕੁਝ ਕੀਤਾ। ਸਾਰੀ ਗੱਲਬਾਤ ਮੇਰੀ ਹੋਈ ਹੈ। ਉਹਨਾਂ ਤੋਂ 5 ਲੱਖ ਰੁਪਇਆ ਲੈ ਕੇ ਉਹਨਾਂ ਨੂੰ ਐਫੀਡੇਵਿਟ ਲਿਖ ਕੇ ਦਿੱਤਾ ਵੀ ਜੋ ਵੀਡੀਓ ਮੇਰੇ ਕੋਲ ਹੈ ਮੈਂ ਸਾਰੀਆਂ ਡਿਲੀਟ ਕਰ ਦਾਂਗੀ। ਤਾਂ ਉਹਦਾ 5 ਲੱਖ ਰੁਪਇਆ ਦੇ ਕੇ ਖਹਿੜਾ ਛੱਡਿਆ। ਇਹ ਮੈਂ ਜਨਤਕ ਨਹੀਂ ਕਰਾਂਗਾ ਨਾਮ, ਕਿਉਂਕਿ ਕਿਸੇ ਵੀ ਬੰਦੇ ਦੀ ਰੈਪੂਟੇਸ਼ਨ ਦਾ ਸਵਾਲ ਹੁੰਦਾ। ਤਾਂ ਉਹਨੇ ਵੀ ਵਿਚਾਰੇ ਨੇ 5 ਲੱਖ ਰੁਪਇਆ ਦੇ ਕੇ ਖਹਿੜਾ ਛਡਾਇਆ, ਔਨ ਰਿਕਾਰਡ ਹੈ। ਉਸ ਤੋਂ ਬਾਅਦ DBN ਸੂਰਤਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ, ਇਹਦੇ 'ਚ ਵੀ ਉਹੀ ਸੇਮ ਕਹਾਣੀ ਹੈ। ਇਹਦੇ 'ਚ ਵੀ ਉਹੀ ਸੇਮ ਕਹਾਣੀ ਹੈ। ਲਿਵਿੰਗ ਰਿਲੇਸ਼ਨ ਦਾ ਪਹਿਲਾਂ ਬਣਵਾਇਆ, ਫਿਰ ਉਹਨੂੰ ਬਲੈਕਮੇਲ ਕਰਿਆ। ਉਹਨੇ ਵੀ ਖਹਿੜਾ ਛਡਾਉਣ ਵਾਸਤੇ ਮੋਟੀ ਰਕਮ ਜਿਹੜੀ ਅਦਾ ਕੀਤੀ। ਇਸ ਤੋਂ ਇਲਾਵਾ ਇਹ ਮਾਮਲਾ, ਇਹ ਵੀ ਹਨੂਮਾਨਗੜ੍ਹ ਦਾ ਮਾਮਲਾ ਹੈ ਜੀ। ਇਹ ਹਨੂਮਾਨਗੜ੍ਹ ਦਾ ਮਾਮਲਾ ਹੈ। ਇੱਥੇ ਵੀ ਬਲੈਕਮੇਲਿੰਗ ਕੀਤੀ ਗਈ, ਬੰਦੇ ਨੂੰ ਟਾਰਚਰ ਕੀਤਾ ਗਿਆ। ਇਹ ਸਾਰਾ ਰਿਕਾਰਡ ਹੈ ਜਿਹੜਾ ਇਹਦੇ ਵਿੱਚ ਹੈਗਾ। ਐਫੀਡੇਵਿਟ ਕਰਕੇ ਫਿਰ ਰਾਜੀਨਾਮਾ ਕਰਕੇ ਪੈਸੇ ਲੈ ਕੇ ਮਸਲਾ ਨਿਬੇੜਿਆ। ਤਾਂ ਇਹ ਮੈਟਰ ਹੈ। ਇਹਨਾਂ ਨਾਲ ਵੀ ਫੇਕ ਵਿਆਹ ਕੀਤਾ, ਝੂਠੇ ਵਿਆਹ ਦਾ ਬਣਾ ਕੇ ਇਹਨਾਂ ਤੋਂ ਵੀ ਮੋਟੀ ਰਕਮ ਜਿਹੜੀ ਹੈ ਲਈ ਗਈ। ਸਾਰਾ ਕੁਛ ਔਨ ਰਿਕਾਰਡ ਹੈ। ਤਾਂ ਇਹ ਸਾਰਾ ਕੁਛ ਔਨ ਰਿਕਾਰਡ ਹੈ। ਜਿਹੜਾ ਇੱਕ ਇਹ ਬੇਲ ਤੇ ਆ ਸਾਰੇ ਆਧਾਰ ਕਾਰਡ, ਵੋਟਰ ਕਾਰਡ, ਸਾਰੇ ਐਡਰੈਸ ਗਲਤ ਹੈ।
ਇਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸ਼ਾਤਰ ਹੋਊਗਾ ਕੋਈ ਕਿ ਉਹਨੇ ਆਪਦੇ ਸਾਰੇ ਐਡਰੈਸ ਪ੍ਰੂਫ ਸਭ ਚ ਉਲਟਾ ਪਲਟੀ ਹੈ। ਜਿਹੜਾ ਇੱਥੇ ਇਹਦੀ ਇੱਕ ਮੈਂ ਇਹ ਮੈਂਸ਼ਨ ਤਾਂ ਨਹੀਂ ਕਰਨਾ ਚਾਹੀਦਾ, ਅੱਛਾ ਨਹੀਂ ਲੱਗਦਾ, ਬੱਚੇ ਸਾਰਿਆਂ ਦੇ ਸਾਂਝੇ ਆ, ਪਰ ਇਹਦੇ ਜਿਹੜੇ ਬੱਚੇ ਦਾ ਆਧਾਰ ਕਾਰਡ ਹੈ ਉਹਦੇ ਉੱਤੇ ਜਿਹੜਾ ਪਿਤਾ ਦਾ ਨਾਮ ਲਿਖਿਆ ਹੋਇਆ ਉਹ ਵੀ ਫਰਜ਼ੀ ਹੈ। ਇੱਥੋਂ ਤੱਕ ਇੱਕ ਬੇਲ ਆਰਡਰ ਹੈ ਜਿਹੜਾ ਵਾਰਾਣਸੀ ਵਾਲੇ ਮਾਮਲੇ ਦੇ ਵਿੱਚ ਇਹਦੀ ਬੇਲ ਕਰਵਾ ਕੇ ਇਹ ਜਿਹੜਾ ਬੇਲ ਉੱਥੋਂ ਵੀ ਬੇਲ ਆਊਟ ਹੈ, ਉੱਥੇ ਵੀ ਜਿਹੜਾ ਤਰੀਕਾ ਚੱਲ ਰਹੀ ਹੈ ਆ ਰਿਹਾ ਜੀ ਆਰਡਰ ਉਹਦਾ, ਉੱਥੋਂ ਵੀ ਬੇਲ ਆਊਟ ਹੈ। ਤਾਂ ਇਹ ਸਾਰਾ ਮਸਲਾ ਹੈ ਤੁਹਾਡੇ ਸਨਮੁਖ ਰੱਖਣਾ ਬਹੁਤ ਜ਼ਰੂਰੀ ਸੀ। ਹਾਂ, ਮੈਂ ਇਸ ਚੀਜ਼ ਨੂੰ ਐਕਸੈਪਟ ਕਰਦਾ ਕਿ ਕਿਤੇ ਨਾ ਕਿਤੇ ਗਲਤੀ ਮੇਰੀ ਵੀ ਸੀ ਕਿ ਜਿਹੜਾ ਮੈਂ ਇਹ ਬਹੁਤ ਵੱਡੀ ਗਲਤੀ ਹੈ ਪਬਲਿਕ ਲਾਈਫ ਦੇ ਵਿੱਚ, ਬਿਲਕੁਲ ਐਦਾਂ ਨਹੀਂ ਹੋਣਾ ਚਾਹੀਦਾ, ਪਰ ਮੈਂ ਇਸ ਚੀਜ਼ ਨੂੰ ਮੰਨਦਾ ਵੀ ਹਾਂ ਕਿ ਕਈ ਵਾਰ ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ, ਉਹ ਸਿਖਾਉਂਦੀਆਂ ਵੀ ਬਹੁਤ ਕੁਝ ਹੈ। ਉਮਰ ਵੀ ਛੋਟੀ ਹੈ, ਪਰਮਾਤਮਾ ਕਈ ਵਾਰੀ ਕਿਸੇ ਤਰੀਕੇ ਨਾਲ ਹੀ ਬਹੁਤ ਕੁਝ ਸਿਖਾ ਦਿੰਦਾ ਹੈ। ਤਾਂ ਇਹ ਜਿਹੜਾ ਤੁਹਾਡੇ ਸਾਹਮਣੇ ਮਾਮਲਾ ਰੱਖਿਆ ਹੈ, ਤਾਂ ਹੁਣ ਮੈਨੂੰ ਇਹ ਵੀ ਹੈ ਕਿ ਸ਼ਾਇਦ ਇਹ ਪਰਮਾਤਮਾ ਨੇ ਮੇਰੀ ਡਿਊਟੀ ਲਾਈ ਸੀ ਕਿ ਇਸ ਤੋਂ ਜਿੰਨੇ ਵੀ ਲੋਕ ਪਰੇਸ਼ਾਨ ਸੀ, ਬਹੁਤ ਸਾਰੇ ਸਾਥੀ ਪੁਲਿਸ 'ਚ ਵੀ ਹੋਣਗੇ, ਉਹ ਬਹੁਤ ਪਰੇਸ਼ਾਨ ਹੈ ਇਹਦੇ ਤੋਂ, ਹੋਰ ਵੀ ਬਹੁਤ ਸਾਰੇ ਸਾਥੀ ਪਰੇਸ਼ਾਨ ਹੈ ਜਿਨ੍ਹਾਂ ਨਾਲ ਇਹਨੇ ਇਸੇ ਤਰ੍ਹਾਂ ਕੀਤਾ ਹੈ। ਹੁਣ ਮੈਂ ਤੁਹਾਡੇ ਸਨਮੁਖ ਜਿਹੜਾ ਇਹਦਾ ਹਾਲੇ ਤੱਕ ਵੀ ਇੱਕ ਪਾਸੇ ਮੇਰੇ ਤੇ ਜਿਹੜੇ ਆਰੋਪ ਲਗਾਏ ਹੈ ਕਿ ਮੇਰਾ ਜੋ ਇਹਨੇ ਕਿਹਾ ਕਿ ਪ੍ਰੈਗਨੈਂਸੀ ਰਿਪੋਰਟ ਦਿਖਾਈ ਹੈ, ਦੂਸਰੇ ਪਾਸੇ ਹਰ ਰੋਜ਼ ਹੋਟਲ ਬੁੱਕ ਹੁੰਦਾ ਗੰਗਾ ਨਗਰ 'ਚ ਡੇਲੀ। ਮੈਂ ਥੋੜਾ ਜਲਦੀ ਜੀ ਦਿਖਾਵਾਂਗਾ ਕਿਉਂਕਿ ਕਿਸੇ ਦੀ ਫੋਟੋ ਨਾ ਆਵੇ, ਮੇਰੀ ਕੋਈ ਇੰਟੈਂਸ਼ਨ ਨਹੀਂ ਕਿ ਕਿਸੇ ਵੀ ਜੋ ਵੀ ਚਲੋ ਜਿਹੜੇ ਸਾਥੀ ਕੁਝ ਉਲਝੇ ਹੋਏ ਆ ਵਿਚਾਰੇ, ਉਹਨਾਂ ਦੀਆਂ ਵੀ ਮਜਬੂਰੀਆਂ, ਉਹਨਾਂ ਨੂੰ ਵੀ ਇਸੇ ਤਰ੍ਹਾਂ ਫਸਾਇਆ ਹੋਇਆ। ਤਾਂ ਮੈਂ ਕੋਸ਼ਿਸ਼ ਕਰਾਂਗਾ, ਮੈਂ ਥੋੜਾ ਤੇਜ਼ੀ ਨਾਲ ਘੁਮਾਵਾਂਗਾ ਕਿ ਜ਼ਿਆਦਾ ਵੀ ਨਾ ਆਵੇ, ਪਰ ਤੁਸੀਂ ਥੋੜਾ ਜਿਹਾ ਇਹਨੂੰ ਕੈਮਰੇ ਤੇ ਲੈ ਲਓ। ਇਹ ਸਾਰੇ ਅਲੱਗ-ਅਲੱਗ ਹੈ, ਸਾਰਿਆਂ ਨਾਲ ਚੈਟ ਹੋਈ ਹੈ, ਸਾਰੇ ਥੱਲੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੀਆਂ ਫੋਟੋਜ਼ ਲੱਗੀਆਂ ਹੋਈਆਂ। ਆ ਦੇਖੋ ਸਾਰੇ ਹਰ ਜਗ੍ਹਾ ਅਲੱਗ-ਅਲੱਗ ਬੰਦੇ ਆ, ਹਰ ਜਗ੍ਹਾ ਅਲੱਗ। ਤੇ ਇਹ ਜਿਹੜਾ ਲਾਈਵ ਚੈਟਿੰਗ ਚੱਲਦੀ ਹੈ ਨੀਚੇ, ਤੁਸੀਂ ਮੂਵੀ ਪਿਕਚਰ ਦੇ ਵਿੱਚ ਜਦੋਂ ਦੇਖੋਗੇ ਤਾਂ ਅਲੱਗ-ਅਲੱਗ ਲੋਕ ਹੈ ਸਾਰੇ, ਤਾਂ ਸਾਰਿਆਂ ਨੂੰ ਅਲੱਗ-ਅਲੱਗ ਇਸੇ ਤਰ੍ਹਾਂ ਹਰ ਰੋਜ਼ ਦਾ ਕੰਮ ਹੈ ਡੇਲੀ ਦਾ। ਪਰ ਉਹ ਇਹ ਸਾਰਾ ਮੈਟਰ ਹੈ। ਆ ਜਿਹੜਾ ਇਹਨਾਂ ਦਾ ਹਨੀ ਟਰੈਪ 'ਚ ਜਿਹੜਾ ਇਹਨਾਂ ਤੇ FIR ਦਰਜ ਹੋਈ ਹੈ, ਉਹਦੀਆਂ ਨਿਊਜ਼ ਕਟਿੰਗ ਹੈ, ਇਹ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ। ਤਾਂ ਇਹ ਸਾਰਾ ਮਾਮਲਾ ਹੈ ਜਿਹੜਾ ਤੁਹਾਡੇ ਸਨਮੁਖ ਰੱਖਣਾ ਬਹੁਤ ਜ਼ਰੂਰੀ ਸੀ, ਲੋਕਾਂ ਦੀ ਕਚਹਿਰੀ 'ਚ ਲਿਜਾਣਾ ਬਹੁਤ ਜ਼ਰੂਰੀ ਸੀ, ਕਿਉਂਕਿ ਠੀਕ ਹੈ ਮੇਰਾ ਸੁਭਾਅ ਨਰਮ ਹੈ, ਮੈਂ ਕਿਸੇ ਨਾਲ ਫालतू ਬੋਲਦਾ ਨਹੀਂ, ਮੈਂ ਕਦੇ ਕਿਸੇ ਨਾਲ ਕਿੜ ਨਹੀਂ ਕੱਢੀ, ਮੈਂ ਜਿਹੜਾ ਵੀ ਆਇਆ ਉਹਨੂੰ ਆਪਦਾ ਸਮਝ ਕੇ ਗੱਲ ਨਾਲ ਲਾਇਆ। ਪਰ ਬਹੁਤ ਸਾਰੇ ਲੋਕਾਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ। ਇਸ ਮਾਮਲੇ 'ਚ ਵੀ ਜੋ ਕੁਝ ਹੋਇਆ ਹੈ, ਜਿਹੜੀ ਇਹ ਪੈਸਿਆਂ ਦੀ ਮੰਗ ਕੀਤੀ ਗਈ ਹੈ, ਮੈਂ ਇਹਦੇ 'ਚ ਪੂਰਾ ਸ਼ੋਰ ਹਾਂ ਕਿ ਇਹ ਪੈਸਿਆਂ ਨੂੰ ਵੰਡਣ ਵਾਸਤੇ ਜਿਹੜੇ ਲੋਕ ਸੀ ਉਹੀ ਹੈ ਜਿਹੜੇ ਹਰ ਰੋਜ਼ ਲਾਈਵ ਚਲਾਉਂਦੇ ਆ। ਉਹਨਾਂ ਸਾਰਿਆਂ ਦੀ ਇਹ ਗੇਮ ਸੀ, ਉਹਨਾਂ ਵੱਲੋਂ ਇਹ ਸਾਰਾ ਪਲਾਂਟ ਕੀਤਾ ਗਿਆ, ਜਿਹਦੇ 'ਚ 4-5 ਬੰਦੇ ਕਿਹੜੇ ਬੰਦੇ ਜਿਹੜੇ ਲਾਈਵ ਕਰ ਰਹੇ ਆ ਤੁਹਾਡੇ ਸਾਹਮਣੇ ਜੀ। ਭੰਡਾਰੀ ਹੋ ਗਿਆ, ਇਹਦੇ ਵਿੱਚ ਭੰਡਾਰੀ ਹੋ ਗਿਆ, ਉਪਵੇਜਾ ਵਿਜੇ ਪੁਵੇਜਾ ਜਿਹੜਾ ਮਾਸਟਰ ਹੈ ਇਹੋ ਜਿਹੇ ਕੰਮਾਂ 'ਚ, ਹਰ ਕੰਮ 'ਚ ਮਾਸਟਰ ਹੈ। ਕਦੇ ਕਿਹੜੇ ਮਸਲੇ 'ਚ ਕਿਹਨੂੰ ਉਲਝਾ ਦੇਣਾ, ਕਦੇ ਕਿਹੜੇ ਮਸਲੇ 'ਚ, ਹਰ ਕੰਮ 'ਚ ਮਾਸਟਰ ਹੈ। ਤਾਂ ਇਹਦੀ ਪੂਰੀ ਪਲੈਨਿੰਗ ਹੈ ਕਿ ਹਾਂ ਇਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਕਰਨਾ ਹੈ ਜਾਂ ਪੈਸਿਆਂ ਦੀ ਮੰਗ ਕਰਾਉਣੀ ਹੈ। ਤਾਂ ਸਾਰੀਆਂ ਚੀਜ਼ਾਂ 'ਚ ਹਿੱਸੇਦਾਰੀਆਂ ਇਹਦੀਆਂ, ਸਾਰੇ ਕੰਮ ਕਰਨ ਵਾਲਾ ਇਹ ਹੈ ਗੇਮ ਪਲੈਨਰ। ਭੰਡਾਰੀ ਨੂੰ ਅੱਗੇ ਲਾਇਆ ਹੋਇਆ, ਉਹ ਸਾਰਾ ਕੰਮ ਚਲਾ ਰਿਹਾ। ਇੱਕ ਸ਼ੇਰਾ ਭਲਵਾਨ ਹੈ, ਉਹ ਪੂਰਾ ਉਹਦਾ ਜ਼ੋਰ ਲੱਗਿਆ ਹੋਇਆ, ਉਹ ਵੀ ਸਾਰਾ ਇਸੇ ਕੰਮ ਤੇ ਲੱਗਿਆ ਹੋਇਆ ਜਿੱਦਣ ਦਾ ਇਹ ਚੱਲ ਰਿਹਾ। ਇਹ ਸਾਰੇ ਇੱਕ ਹੋਰ ਬੰਦਾ ਰਹਿ ਗਿਆ ਇਸ ਲੇਡੀ ਦਾ ਜਿਹੜਾ ਸਾਰਾ ਕੰਮ ਵੇਖਦਾ, ਪੈਸਿਆਂ ਦਾ ਲੈਣ ਦੇਣ ਦੇਖਦਾ, ਉਹ ਗੰਗਾ ਨਗਰ ਦਾ ਬੰਦਾ ਹੈ ਮਹਿੰਦਰ। ਇਹ ਵੀ ਮੈਂ SSP ਸਾਹਿਬ ਨੂੰ ਕੰਪਲੇਂਟ ਦੇ ਕੇ ਆਇਆ, ਸਾਰੇ ਲੈਣ ਦੇਣ ਇਹ ਕਰਦਾ ਹੈ। ਉਹਦਾ ਕੰਮ ਹੈ ਫਸਾਉਣਾ, ਉਹਦਾ ਕੰਮ ਹੈ ਟ੍ਰੈਪਿੰਗ ਲਾਉਣੀ। ਜਦੋਂ ਟ੍ਰੈਪਿੰਗ ਲੱਗ ਜਾਂਦੀ ਉਸ ਤੋਂ ਬਾਅਦ ਮਹਿੰਦਰ ਗੇਮ 'ਚ ਆ ਜਾਂਦਾ ਹੈ। ਉਸ ਤੋਂ ਬਾਅਦ ਮਹਿੰਦਰ ਕਹਿੰਦਾ ਵੀ ਦੱਸੋ ਕਿਵੇਂ ਨਿਬੇੜਨਾ। ਫਿਰ ਇਹ ਪੂਰੀ ਪਲੈਨਿੰਗ ਕਰਕੇ ਇਹ ਮਹਿੰਦਰ ਪੈਸਿਆਂ ਦਾ ਲੈਣ ਦੇਣ ਕਰਦਾ, ਮਾਮਲੇ ਨੂੰ ਜਿਵੇਂ ਵੀ ਰਫਾ ਦਫਾ ਕਰਨਾ ਫਿਰ ਇਹ ਕਰਾਉਂਦਾ। ਲੱਗਦਾ ਕਿ ਤੁਹਾਡੀ ਫਰੈਂਡਸ਼ਿਪ ਅਜੇ ਚੱਲ ਸਕਦੀ ਸੀ ਕਿ ਜੇ ਜਿਨ੍ਹਾਂ ਦਾ ਨਾਮ ਤੁਸੀਂ ਲਿਆ ਹੈ ਕਿ ਜਿਹੜੇ ਲਾਈਵ ਕਰਦੇ ਹੈ, ਸ਼ਾਇਦ ਉਹਨਾਂ ਤੱਕ ਇਹ ਪਤਾ ਨਾ ਲੱਗਦਾ, ਉਹਨਾਂ ਦੇ ਧਿਆਨ 'ਚ ਨਾ ਆਉਂਦਾ ਕਿ ਇਸ ਤਰ੍ਹਾਂ ਦੀ ਕੋਈ ਦਾ ਮਸਲਾ ਨਹੀਂ ਹੈ। ਗਿਲ ਸਾਹਿਬ ਮੈਂ ਪਲੀਜ਼ ਮੈਂ ਨਾਮ ਲੈ ਗਿਆ ਫਿਰ ਵੀ ਦੇਖੋ, ਮਸਲਾ ਫਰੈਂਡਸ਼ਿਪ ਦਾ ਨਹੀਂ ਹੈ। ਇੱਕ ਫਸਾਉਣਾ ਤੁਹਾਨੂੰ ਪਹਿਲੀ ਵਾਰੀ ਤੁਸੀਂ ਮਿਲੇ, ਤੁਹਾਡੀ ਵੀਡੀਓ ਆਡੀਓ ਤੁਸੀਂ ਬੈਠੇ, ਕੋਈ ਵੀ ਗੱਲ ਹੋਈ ਨਿੱਜੀ ਤੌਰ ਤੇ ਉਹਨੂੰ ਰਿਕਾਰਡ ਕਰ ਲੈਣਾ। ਉਸ ਤੋਂ ਬਾਅਦ ਤੁਹਾਨੂੰ ਡਰਾਉਣਾ ਕਿ ਜੇ ਆਹ ਨਾ ਕੀਤਾ ਤਾਂ ਮੈਂ ਇਹ ਕਰ ਦੂੰ, ਜੇ ਤੁਸੀਂ ਉੱਥੇ ਨਾ ਆਏ ਤਾਂ ਮੈਂ ਇਹ ਕਰ ਦੂੰ, ਜੇ ਤੁਸੀਂ ਮੈਨੂੰ ਮੋਬਾਈਲ ਨਾ ਲੈ ਕੇ ਦਿੱਤਾ ਮੈਂ ਇਹ ਕਰ ਦੂੰ। ਤੁਸੀਂ ਮਤਲਬ ਟੌਰਚਰ,
ਤਾਂ ਟੌਰਚਰ ਹੋਇਆ ਮੈਂ ਮੇਰੇ ਫੇਸ ਤੋਂ ਵੀ ਸ਼ਾਇਦ ਇਹ ਜਿਹੜੇ ਸਾਥੀ ਇੱਥੇ ਮੇਰੇ ਵਰਕਰ ਸਾਹਿਬਾਨ ਆਉਂਦੇ ਆ ਤਾਂ ਹਮੇਸ਼ਾ ਕਹਿੰਦੇ ਸੀ ਵੀ ਹੋਇਆ ਕੀ ਹੈ, ਤਾਂ ਦੱਸਣ ਜੋਗਾ ਨਹੀਂ ਸੀ ਬੰਦਾ, ਇਸ ਚੀਜ਼ ਨੂੰ ਦੱਸ ਨਹੀਂ ਸਕਦਾ ਸੀ, ਤਾਂ ਪੂਰਾ ਟੌਰਚਰ ਕੀਤਾ ਗਿਆ। ਤਾਂ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਹੋ ਸਕਦਾ ਸ਼ਾਇਦ ਪ੍ਰਮਾਤਮਾ ਨੇ ਮੇਰੀ ਡਿਊਟੀ ਲਾਈ ਹੈ ਵੀ ਬਾਕੀ ਦੇ ਭਰਾ ਬਚਾ ਲਾਂ ਜਿਹੜੇ ਇਹਦੇ ਚੁੰਗਲ 'ਚ ਫਸੇ ਹੋਏ ਆ। ਬਹੁਤ ਸਾਰੇ ਭਰਾਵਾਂ ਦੇ ਮੈਨੂੰ ਫੋਨ ਆਏ ਆ, ਕਹਿੰਦੇ ਭਾਈ ਸਾਹਿਬ ਸਾਡਾ ਨਾਂ ਨਾ ਲਿਆਓ, ਸਾਨੂੰ ਸਾਹਮਣੇ ਨਾ ਲਿਆਇਓ, ਪਰ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਇਹਦੇ ਵਿੱਚੋਂ ਕੱਢ ਲਿਆ, ਸਾਡੀ ਜ਼ਿੰਦਗੀ ਬਚ ਜੇਗੀ, ਨਹੀਂ ਤਾਂ ਇਹਨੇ ਸਾਨੂੰ ਛੱਡਣਾ ਨਹੀਂ ਸੀ, ਅਸੀਂ ਸਾਰੇ ਰਗੜੇ ਗਏ ਸੀ। ਤਾਂ ਸਾਰਾ ਕੁਝ ਔਨ ਰਿਕਾਰਡ ਆ, ਇੰਨੀਆਂ ਮੈਂ ਤੁਹਾਡੇ ਸਾਹਮਣੇ ਸਾਰੇ ਡਾਕੂਮੈਂਟ ਰੱਖੇ। ਇਸ ਵਾਰ ਠੀਕ ਹੈ, ਮੇਰੇ ਨਾਲ ਜੋ ਹੋਊਗਾ, ਜੇ ਮੈਂ ਇੱਕ ਚੀਜ਼ ਫਿਰ ਕਲੀਅਰਲੀ ਕਹਿਦਾ, ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਜੇ ਮੇਰੇ ਕਰਕੇ ਪਾਰਟੀ ਦੇ ਅਕਸ਼ ਤੇ ਗੱਲ ਆਈ ਹੈ, ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਜੇ ਪਾਰਟੀ ਚਾਹੇ ਮੈਨੂੰ ਹੁਣੇ ਵੀ ਕਹਿ ਦੇ ਪਾਰਟੀ ਵੀ ਤੂੰ ਘਰੇ ਬੈਠ ਜਾ, ਮੈਂ ਬਿਲਕੁਲ ਮਨਾ ਨਹੀਂ ਕਰਾਂਗਾ, ਮੈਂ ਦੋਵੇਂ ਹੱਥ ਜੋੜ ਕੇ ਪਾਰਟੀ ਦਾ ਫੈਸਲਾ ਸਵੀਕਾਰ ਕਰਾਂਗਾ, ਕਿਉਂਕਿ ਗਲਤੀ ਤਾਂ ਮੇਰੇ ਤੋਂ ਹੋਈ ਹੈ। ਪਰ ਜੋ ਸਿਸਟਮ ਇਸ ਔਰਤ ਨੇ ਵਿਗਾੜਿਆ ਹੋਇਆ, ਜਿੰਨੇ ਲੋਕਾਂ ਦੀ ਇਹਨੇ ਜ਼ਿੰਦਗੀ ਖਰਾਬ ਕੀਤੀ ਹੈ, ਇਸ ਤੋਂ ਬਾਅਦ ਨਹੀਂ ਹੁੰਦੀ ਇਹਦਾ ਜਿਹੜਾ ਲਾਸਟ ਕੇਸ ਹੋਏਗਾ, ਇਹ ਤੋਂ ਬਾਅਦ ਨਹੀਂ ਹੁੰਦੀ। ਮੈਨੂੰ ਜਿੱਥੇ ਵੀ ਕੋਰਟ ਕਚਹਿਰੀ ਜਿੱਥੇ ਤੱਕ ਜਾਣਾ ਪਿਆ, ਕੱਲਾ ਐਵੀਡੈਂਸ ਲੈ ਕੇ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿਵਾਉਣ ਦੀ ਜਿਹੜਾ ਕੋਸ਼ਿਸ਼ ਹੈ ਉਹ ਮੇਰੇ ਵੱਲੋਂ ਹੋਏਗੀ, ਮੇਰੀ ਪੂਰੀ ਟੀਮ ਵੱਲੋਂ ਹੋਏਗੀ, ਕਿਉਂਕਿ ਸਾਰੇ ਭਰਾ ਮੇਰੇ ਨਾਲ ਹੈ, ਇਹਨਾਂ ਨੂੰ ਪਤਾ ਹੈ ਮੇਰਾ ਕਿ ਮੈਂ ਕਿਸੇ ਦਾ ਕਦੇ ਮਾੜਾ ਨਹੀਂ ਕੀਤਾ। ਤੇ ਜਿਹੜੇ ਲੋਕਾਂ ਨੇ ਇਹ ਸਾਰੀ ਗੇਮ ਬਣਾਈ ਉਹ ਖੁਦ ਨੂੰ ਪਾਰਟੀ ਦਾ ਦੱਸਦੇ ਆ, ਚਾਹੇ ਪੰਕਜ ਨਰੂਲਾ ਵਰਗੇ ਲੋਕ ਕਿਉਂ ਨਾ ਹੋ, ਖੁਦ ਨੂੰ ਪਾਰਟੀ ਦਾ ਦੱਸਦੇ ਆ, ਪਰ ਇਹਨਾਂ ਨੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਗੇਮਾਂ, ਜਿੰਨੇ ਪੁੱਠੇ ਕੰਮ ਹੋਏ ਆ, ਸਾਰਿਆਂ ਦੀ ਸਕ੍ਰਿਪਟ ਇਹ 4-5 ਬੰਦਿਆਂ ਦੀ ਟੀਮ ਨੇ ਲਿਖੀ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਅਸੀਂ ਇਹਨੂੰ, ਇੱਕੋ ਗੱਲ ਤੇ ਜ਼ੋਰ ਲੱਗਿਆ ਕਿ ਦੀਪ ਨੂੰ ਕੱਢੀਏ। ਇਹਨਾਂ ਨੇ ਬਹੁਤ ਜ਼ੋਰ ਲਾਇਆ, ਪਹਿਲਾਂ ਪੰਕਜ ਨਰੂਲੇ ਨੇ ਜ਼ੋਰ ਲਾਇਆ, ਮਹਾਜਨ ਵਰਸਸ ਕੰਬੋਜ ਕਰਨ ਦੀ ਕੋਸ਼ਿਸ਼ ਕੀਤੀ ਜੀ, ਇਹ ਮਹਾਜਨਾਂ ਦਾ ਨਹੀਂ, ਮਾੜਾ ਬੋਲਦਾ। ਮੈਨੂੰ ਕੋਈ ਭਰਾ ਦੱਸੇ ਸ਼ਹਿਰ 'ਚ, ਮੈਂ ਤਾਂ ਹਰ ਇੱਕ ਦੇ ਪੈਰੀ ਹੱਥ ਲਾਉਣਾ, ਮੈਂ ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਹੋਣਾ, ਨਾ ਹੀ ਕਿਸੇ ਦਾ ਮਾੜਾ। ਵਿਰੋਧੀ ਪਾਰਟੀ ਵਾਲਾ ਵੀ ਤਾਰੀਫ ਕਰੂਗਾ ਵੀ ਨਹੀਂ, ਉਸ ਬੰਦੇ ਨੇ ਕਦੇ ਨਹੀਂ ਕਿਹਾ। ਇਹਨਾਂ ਨੇ ਇਸ ਗੱਲ ਤੇ ਚਲਾਇਆ ਕਿ ਮਹਾਜਨ, ਅਰੋੜਾ ਮਹਾਜਨ ਤੇ ਕੰਬੋ ਇਹ ਖਰਾਬ ਕਰਦੇ, ਇਹਨਾਂ ਨੇ ਉਹ ਬਣਾ ਕੇ ਤੋੜਨ ਦੀ ਕੋਸ਼ਿਸ਼ ਕੀਤੀ। ਇਹੀ ਕੰਮ ਭੰਡਾਰੀ ਨੇ ਕੋਸ਼ਿਸ਼ ਕੀਤੀ, ਵਾਰ-ਵਾਰ ਬੋਲਿਆ ਗਿਆ, ਇੱਥੋਂ ਤੱਕ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਦੀਪ ਨੇ ਕਿਹਾ ਡੰਗਰਾਂ ਨੂੰ ਜ਼ਹਿਰ ਦੇ ਕੇ ਮਾਰ ਦਿਓ, ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਮੇਰੇ ਉਲਟ ਕਰਨ ਦੀ ਕੋਸ਼ਿਸ਼ ਕੀਤੀ, ਪੂਰਾ ਜ਼ੋਰ ਲਾਇਆ। ਜਦੋਂ ਇਹਨਾਂ ਦਾ ਕਿਸੇ ਪਾਸੇ ਨਹੀਂ ਸਰਿਆ, ਫਿਰ ਇਹਨਾਂ ਨੇ ਆ ਜਿਹੜੀ ਗੇਮ ਪਲਾਨ ਕੀਤੀ ਹੈ। ਪਹਿਲੇ ਦਿਨ ਤੋਂ ਹੀ ਟੱਚ 'ਚ ਹੋਣੇ ਆ ਇਹ, ਜਿੱਥੇ ਤੱਕ ਮੇਰਾ ਸ਼ੱਕ ਹੈ, ਕਿਉਂਕਿ ਜੇ ਇਹ ਇੱਥੇ ਰਹਿ ਕੇ ਇੱਥੋਂ ਭੱਜ ਕੇ ਗਿਆ ਹੈ ਤਾਂ ਇਟ ਮੀਨ ਇਹਨਾਂ ਦੀ ਸਾਰੀ ਗੇਮ ਪਲਾਨ ਸੀ ਕਿ ਕਿਵੇਂ ਇਹ ਸਾਰਾ ਕੁਝ ਕਰਨਾ ਹੈ। ਤਾਂ ਇਹ ਸਾਰੇ ਇਨਵੋਲਵ ਹੈ ਇਸ ਮੈਟਰ 'ਚ। ਤਾਂ ਇਹ ਸਾਰਾ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ, ਇਹੀ ਸਾਰੀਆਂ, ਜਿੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ। ਤੁਸੀਂ ਮੰਨਦੇ ਹੋ ਮਤਲਬ ਤੁਹਾਡੀ ਗਲਤੀ ਹੋਈ ਸੀ? ਨਹੀਂ, ਬਿਲਕੁਲ ਮੈਂ ਐਕਸੈਪਟ ਕਰਦਾ ਕਿ ਮੇਰੇ ਤੋਂ ਸਟਾਰਟਿੰਗ 'ਚ ਗਲਤੀ ਹੋਈ ਹੈ, ਪਰ ਉਸ ਤੋਂ ਬਾਅਦ ਮੈਂ ਫਸ ਗਿਆ, ਇਸ ਜੰਜਾਲ 'ਚੋਂ ਮੈਂ ਨਿਕਲ ਨਹੀਂ ਸਕਿਆ, ਕਿਉਂਕਿ ਮੈਨੂੰ ਇਸ ਗੱਲ ਦਾ ਡਰ ਸੀ ਕਿ ਮੇਰਾ ਪੋਲੀਟੀਕਲ ਕੈਰੀਅਰ ਹੈ, ਮੈਂ ਬਹੁਤ ਮਿਹਨਤ ਕੀਤੀ ਹੈ, ਪਰ ਜਦੋਂ ਬੰਦਾ ਮਰਦਾ ਹੈ ਤਾਂ ਫਿਰ ਉਹਦੇ ਇੱਧਰ ਵੀ ਖਾਈ ਹੋਵੇ ਤਾਂ ਇੱਧਰ ਵੀ ਖਾਈ ਹੋਵੇ, ਤਾਂ ਉਹ ਕਹਿੰਦਾ ਫਿਰ ਜਿੱਧਰ ਸਹੀ ਹੈ ਉਧਰ ਤਾਂ ਡਿੱਗੋ, ਘੱਟੋ ਘੱਟ ਬਚ ਕੇ ਬਾਹਰ ਤਾਂ ਨਿਕਲ ਜਾਗੇ, ਪਰ ਜੇ ਇਹਦੇ ਵਾਲੇ ਪਾਸੇ ਡਿੱਗਦਾ ਤਾਂ ਮੈਂ ਬਚ ਕੇ ਬਾਹਰ ਨਹੀਂ ਨਿਕਲਦਾ ਸੀ। ਇਸ ਕਰਕੇ ਮੈਂ ਇਹ ਰਾਹ ਚੁਣਿਆ। ਮੈਂ ਖੁਦ ਐਸਐਸਪੀ ਸਾਹਿਬ ਨੂੰ ਦੱਸਿਆ ਕਿ ਆਹ ਮਾਮਲਾ ਹੈ, ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰੋ। ਇੱਕ ਐਫਆਈਆਰ ਦਰਜ ਹੋਈ ਹੈ, ਪੈਸੇ ਲਿੱਤੇ ਗਏ ਆ ਕੁੜੀ ਵੱਲੋਂ, ਮੇਰੇ ਤੋਂ ਬਹੁਤ ਜ਼ੋਰ ਲਾਇਆ ਗਿਆ, ਪੈਸੇ ਲੈਣ ਦਾ, ਮੋਬਾਈਲ ਲੈਣ ਦਾ, ਆ ਜਿਹੜੇ 30 ਲੱਖ ਦੀ ਮੰਗ ਕੀਤੀ ਹੈ, ਬਹੁਤ ਜ਼ੋਰ ਲਾਇਆ ਗਿਆ, ਪਰ ਮੇਰੇ ਕੋਲ ਹੈ ਨਹੀਂ ਸੀ ਜੀ, ਮੈਂ ਦਿੱਤੇ ਨਹੀਂ। ਇੱਕ ਐਫਆਈਆਰ ਦਰਜ ਹੋਈ ਹੈ ਜਿਹੜੀ ਗੰਗਾਨਗਰ ਦੇ ਵਿੱਚ, ਗੰਗਾਨਗਰ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਤੁਹਾਡੇ ਖਿਲਾਫ। ਹਾਂਜੀ ਹੈ ਕਿ ਜੀ ਜਿਹੜੀ ਐਫਆਈਆਰ, ਅੱਛਾ, ਇੱਕ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਹੁਣ ਉਹ ਮੈਸੇਜ ਨੂੰ ਫੈਲਾ ਰਹੇ ਆ ਕਿ ਐਫਆਈਆਰ ਦਰਜ ਹੋਊਗੀ। ਇੱਕ ਸਿਸਟਮ ਦਾ ਜਿਹੜਾ ਪੰਜਾਬ ਦਾ ਸਿਸਟਮ ਹੈ ਤੇ ਰਾਜਸਥਾਨ ਦਾ ਸਿਸਟਮ ਹੈ, ਉਹਦੇ 'ਚ ਇੱਕ ਫਰਕ ਹੈ। ਅਸੀਂ ਜਦੋਂ ਪੰਜਾਬ ਦੇ ਕਿਸੇ ਵੀ ਥਾਣੇ 'ਚ ਐਪਲੀਕੇਸ਼ਨ ਲੈ ਕੇ ਜਾਂਦੇ ਆ ਤਾਂ ਉੱਥੇ ਐਪਲੀਕੇਸ਼ਨ ਲੈ ਲਈ ਜਾਂਦੀ ਹੈ, ਫਿਰ ਉਹਨੂੰ ਇਨਵੈਸਟੀਗੇਟ ਕੀਤਾ ਜਾਂਦਾ, ਉਸ ਤੋਂ ਬਾਅਦ ਪਰਚਾ ਦਰਜ ਹੁੰਦਾ। ਰਾਜਸਥਾਨ ਦਾ ਇੱਕ ਸਿਸਟਮ ਲੱਗ ਗਿਆ, ਉੱਥੇ ਜਿਹਨੇ ਵੀ ਜਿਹਦੇ ਖਿਲਾਫ ਜੋ ਵੀ ਬੋਲਤਾ, ਉਹ ਸਭ ਤੋਂ ਪਹਿਲਾਂ ਫਸਟ ਇਨਫੋਰਮੇਸ਼ਨ ਰਿਪੋਰਟ ਦਰਜ ਹੋਏਗੀ, ਸਭ ਤੋਂ ਪਹਿਲਾਂ। ਇਹ ਆਨਲਾਈਨ ਨਹੀਂ ਹੁੰਦੀ, ਉਹਨਾਂ ਦੇ ਰਿਕਾਰਡ 'ਚ ਹੁੰਦੀ ਥਾਣੇ 'ਚ, ਤਾਂ ਉਹ ਸਭ ਤੋਂ ਪਹਿਲਾਂ ਐਫਆਈਆਰ ਦਰਜ ਕਰ ਲੈਂਦੇ ਆ, ਉਹ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਕਰਦੇ ਆ। ਉਹਦੇ ਵਿੱਚ ਦੋਨਾਂ ਤਰ੍ਹਾਂ ਦੇ ਪੱਖ ਲਏ ਜਾਂਦੇ ਆ, ਜੇ ਉਹ ਪੱਖ ਸਹੀ ਹੋ, ਜਿਹਦਾ ਪੱਖ ਸਹੀ ਹੈ ਉਹਦੇ ਹੱਕ 'ਚ ਹੋ ਜਾਂਦਾ, ਦੂਸਰੇ ਨੂੰ ਕੈਂਸਲ ਕਰ ਦਿੱਤਾ ਜਾਂਦਾ। ਇਸੇ ਕਰਕੇ ਸ਼ਾਇਦ ਤੁਹਾਨੂੰ ਵੀ ਇਸ ਚੀਜ਼ ਦੀ ਨੌਲੇਜ ਹੋਏਗੀ ਕਿ ਰਾਜਸਥਾਨ ਦੇ ਵਿੱਚ ਜਿਹੜਾ ਵੀ ਐਫਆਈਆਰ ਹੁੰਦੀ ਹੈ 95% ਇਹੋ ਜਿਹਾ ਰੇਟ ਹੈ ਕਿ ਉਹ ਸਜ਼ਾ ਹੁੰਦੀ ਹੈ, ਜਿਹਦੇ ਤੇ ਜਦੋਂ ਇਨਵੈਸਟੀਗੇਟ ਹੋ ਕੇ ਉਹ ਪਰਚਾ ਦਰਜ ਹੁੰਦਾ ਆਨਲਾਈਨ। ਤਾਂ ਇਹ ਸਿਰਫ ਐਫਆਈਆਰ ਰਿਪੋਰਟ ਦਰਜ ਕੀਤੀ ਗਈ ਹੈ। ਕਿੰਨੇ ਜਣਿਆਂ ਦੇ ਖਿਲਾਫ ਹੋਈ ਹੈ? 5 ਜਣਿਆਂ ਦੇ ਖਿਲਾਫ ਜਿਹੜੀ ਇਹ ਮਾਮਲਾ ਦਰਜ ਕਰਵਾਇਆ ਗਿਆ ਜੀ। ਤਾਂ ਉਹਦੇ ਵਿੱਚ ਸਾਥੀ ਹੈ ਤੁਹਾਡੇ?
ਹਾਂ ਜਿੰਨੇ ਦਫ਼ਤਰ 'ਚ ਬੈਠਦੇ ਸੀ ਜਿਹੜੇ ਜਿਹੜੇ ਨਾਮ ਪਤਾ ਸੀ, ਉਹ ਦੇਖੋ ਗੇਮ ਹੈ ਇੱਕ, ਉਹ ਚਾਹੁੰਦੇ ਆ ਕਿ ਇਸ ਦਫ਼ਤਰ ਨੂੰ ਖਾਲੀ ਕਰਿਆ ਜਾਵੇ। ਤਾਂ ਉਹਦੇ ਵਾਸਤੇ ਸਭ ਤੋਂ ਵੱਡਾ ਟਾਰਗੇਟ ਜਿਹੜਾ ਪਹਿਲੇ ਦਿਨ ਤੋਂ ਚੱਲ ਰਿਹਾ ਵਿਜੇ ਕੰਬੋਜ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨੀ ਦੇਰ ਵਿਜੇ ਹੈ ਸਾਡਾ ਉੱਥੇ ਹੱਥ ਪੈਣਾ ਨਹੀਂ। ਉਹਨਾਂ ਨੇ 2 ਨੰਬਰ ਤੇ ਕੰਮ ਕਰਨੇ ਆ, ਜੂਆ ਸੱਟਾ ਚਲਾਉਣਾ ਹੈ। ਆ ਹੁਣ ਵੀ ਅੱਜ ਵੀ ਐਸਐਸਪੀ ਸਾਹਿਬ ਨੂੰ ਦੱਸ ਕੇ ਆਇਆ ਕਿੱਥੇ ਜੂਏ ਦਾ ਕੰਮ ਚਲਾ ਰੱਖਿਆ ਇਹਨਾਂ ਨੇ ਸਾਰਿਆਂ ਨੇ। ਉੱਥੋਂ ਇਹਨਾਂ ਨੂੰ ਸ਼ਾਮ ਨੂੰ 10-10 ਹਜ਼ਾਰ ਆ ਜਾਂਦਾ, ਉਹਦੇ ਨਾਲ ਇਹ ਤੁਰੇ ਫਿਰਦੇ ਆ। ਗੇਮ ਪਲਾਨਰ ਜਿਹੜੇ ਹੈਗੇ ਤੁਹਾਡੇ ਆਪ ਦੀ ਪਾਰਟੀ ਦੇ ਹੀ ਹੈ? ਨਹੀਂ, ਅਪੋਏਜਾ ਤਾਂ ਅਕਾਲੀ ਦਲ ਚੋਂ ਆਇਆ ਜੀ, ਭੰਡਾਰੀ ਕਾਂਗਰਸ ਚੋਂ ਆਇਆ। ਠੀਕ ਹੈ, ਅਸੀਂ ਜਦੋਂ ਸਟਾਰਟਿੰਗ 'ਚ ਸਰਕਾਰ ਬਣੀ ਤਾਂ ਉਲਝ ਗਏ ਕੁਝ ਮਾਮਲਿਆਂ 'ਚ। ਸਟਾਰਟਿੰਗ 'ਚ ਹੀ ਇਹਨਾਂ ਨੇ ਜਦੋਂ ਆਪਦੇ ਹਰ ਪਾਸੇ ਤੋਂ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤਾਂ ਸਮਝ ਨਹੀਂ ਆਉਂਦੀ, ਤਾਂ ਉਹ ਵਿੱਚ ਇਨਵੋਲਵ ਹੋ ਗਿਆ, ਸਾਨੂੰ ਪਤਾ ਨਹੀਂ ਲੱਗਿਆ। ਤਾਂ ਉਹਨੇ ਤਾਂ ਸਾਨੂੰ ਵੋਟ ਵੀ ਨਹੀਂ ਪਾਈ। ਕਾਂਗਰਸ ਦਾ ਬੰਦਾ ਸੀ, ਅਪੋਏਜਾ ਅਕਾਲੀ ਦਲ ਦਾ ਬੰਦਾ, ਹੁਣ ਤੱਕ ਉਹਨਾਂ ਨਾਲ ਸੀ। ਤਾਂ ਸਾਰੇ ਇਸ ਕੰਮ ਤੇ ਲੱਗੇ ਹੋਏ ਆ। ਹੁਣ ਤੁਹਾਡੀ ਪਾਰਟੀ ਦਾ ਸੀਗਾ ਇਹ ਲੋਕ ਜਿਹੜੇ ਸਾਡੇ ਤੁਹਾਡੇ ਨਾਲ ਜਿਹੜੇ ਜੁੜੇ ਸੀ ਤੁਹਾਡੀ ਪਾਰਟੀ ਦੇ ਹੀ ਕਹਿ ਸਕਦੇ ਜਿਹੜੇ ਪਾਰਟੀ ਦੇ ਹੈ, ਤਾਂ ਮੈਂ ਤਾਂ ਪਾਰਟੀ ਨੂੰ ਕਹਾਂਗਾ ਕਿ ਮੇਰੇ ਖਿਲਾਫ ਜੇ ਮੈਂ ਗਲਤ ਕੀਤਾ ਤਾਂ ਕਾਰਵਾਈ ਜ਼ਰੂਰ ਹੋਵੇ, ਪਰ ਇਹੋ ਜਿਹੇ ਘਟੀਆ ਲੋਕਾਂ ਤੋਂ ਪਾਰਟੀ ਨੂੰ ਜ਼ਰੂਰ ਬਚਾਓ, ਕਿਉਂਕਿ 10 ਸਾਲ ਲਾ ਕੇ ਇਹ ਪਾਰਟੀ ਅਸੀਂ ਖੜੀ ਕੀਤੀ ਸੀ। ਇਹੋ ਜਿਹੇ ਘਟੀਆ ਲੋਕ ਜਿਹੜੇ ਇੱਥੇ ਇਹੋ ਜਿਹੀ ਘਟੀਆ ਸਿਆਸਤ ਕਰਨ ਤੇ ਉਤਰੇ ਹੋਏ ਹੈ, ਇਹਨਾਂ ਤੋਂ ਪਾਰਟੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜ਼ਰੂਰ ਕੀਤੀ ਜਾਵੇ, ਤਾਂ ਹੀ ਇਹ ਮਸਲੇ ਦਾ ਇੱਥੇ ਹੱਲ ਹੋਏਗਾ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਹੁਣ? ਮੇਰੇ ਵੱਲੋਂ ਬਲੈਕਮੇਲਿੰਗ ਵਾਸਤੇ ਉੱਥੇ ਆਲਰੇਡੀ ਐਪਲੀਕੇਸ਼ਨ ਦਿੱਤੀ ਹੋਈ ਹੈ, ਉਹਦੀ ਇਨਵੈਸਟੀਗੇਸ਼ਨ ਸ਼ਾਇਦ ਡੀਐਸਪੀ ਡੀ ਸਾਹਿਬ ਕਰ ਰਹੇ ਹੈ। ਅੱਜ ਉਹ ਹਾਈ ਕੋਰਟ ਗਏ ਸੀ, ਕੱਲ ਤੋਂ ਸ਼ੁਰੂ ਕਰ ਦੇਣਗੇ। ਉੱਥੇ ਸਾਰਾ ਰਿਕਾਰਡ ਅਸੀਂ ਦਿੱਤਾ ਹੈ। ਤਾਂ ਜਿਹੜਾ ਗੰਗਾ ਨਗਰ ਥਾਣੇ 'ਚ FIR ਹੋਈ ਹੈ, ਉੱਥੇ ਵੀ ਅਸੀਂ ਸਾਰਾ ਰਿਕਾਰਡ ਜਿਹੜਾ ਇਕੱਠਾ ਕਰਕੇ ਉੱਥੇ ਭੇਜਾਂਗੇ। ਸ਼ਾਮਿਲ ਹੋਣਗੇ ਜਾਂਚ 'ਚ ਉਹਨਾਂ ਦੀ? ਬਿਲਕੁਲ ਹੋਵਾਂਗੇ ਅਸੀਂ। ਆਪਾਂ ਕੋਈ ਜਿੰਨੀ ਕੁ ਗੱਲ ਹੈ ਸਾਰੀ ਤੁਹਾਡੇ ਸਾਹਮਣੇ ਦੱਸਤੀ ਕਿ ਜਿਹੜਾ ਜੋ ਮਾਮਲੇ ਦਰਜ ਹੋਏ ਆ ਉਹ ਪ੍ਰੂਫ ਕਿੱਥੇ ਹੁੰਦੇ ਆ, ਉਹ ਤਾਂ ਕਿਤੇ ਸਟੈਂਡ ਹੀ ਨਹੀਂ ਕਰਦੇ। ਤਾਂ ਉਹ ਸਾਰਾ ਚੀਜ਼ਾਂ ਸਾਹਮਣੇ ਰੱਖਾਂਗੇ। ਹਰ ਇੱਕ ਚੀਜ਼ ਦਾ ਐਵੀਡੈਂਸ ਹੈ, ਹਰ ਇੱਕ ਚੀਜ਼ ਦਾ ਐਵੀਡੈਂਸ ਹੈ, ਵੀਡੀਓ ਆਡੀਓ ਸਾਰਾ ਕੁਝ ਹੈ, ਐਵੀਡੈਂਸ ਹੈ। ਉਹ ਲੈ ਕੇ ਪਹੁੰਚਾਂਗੇ, ਗੱਲ ਕਰਾਂਗੇ, ਆਪਦਾ ਪੱਖ ਰੱਖਾਂਗੇ। ਪਾਰਟੀ ਦੇ ਜਿਹੜੇ ਆਗੂ ਹੈ ਧਿਆਨ 'ਚ ਹੈ ਉਹਨਾਂ ਦੇ ਪੂਰਾ ਮਾਮਲਾ ਹੈ? ਹਾਂ, ਮੈਂ ਪਹਿਲਾਂ ਹੀ ਦੱਸਤਾ ਸੀ। ਇਹ ਇਨਸੀਡੈਂਟ ਬਾਅਦ 'ਚ ਹੋਇਆ, ਮੈਂ ਪਹਿਲਾਂ ਹੀ ਇਨਫੋਰਮ ਕਰਤਾ ਸੀ ਕਿ ਆਹ ਮਸਲਾ ਹੈ ਜੀ, ਮੇਰੇ ਤੇ ਮੁਸੀਬਤ ਹੈ, ਜੋ ਤੁਹਾਡੀ ਆਗਿਆ ਹੋਏਗੀ ਮੇਰੇ ਸਿਰ ਮੱਥੇ ਹੈ। ਪਰ ਮੈਂ ਇਹ ਵੀ ਅਪੀਲ ਕਰਦਾ, ਪਾਰਟੀ ਨੂੰ ਵੀ ਅਪੀਲ ਕਰਦਾ, ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਸ ਮਾਮਲੇ 'ਚ ਮੈਂ ਆਪਦੀ ਪਾਰਟੀ ਨੂੰ ਵੀ ਅਪੀਲ ਕੀਤੀ ਹੈ ਵੀ ਫੇਵਰ ਨਾ ਕਰਿਓ, ਕਿਸੇ ਦੀ ਨਾ ਕਰਿਓ। ਜੋ ਸਹੀ ਹੈ, ਸੱਚ ਨੂੰ ਸੱਚ ਕਰਨਾ ਹੈ, ਸਹੀ ਨੂੰ ਸਹੀ ਕਰਨਾ ਹੈ, ਤਾਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇ। ਤੇ ਇਹੋ ਜਿਹੇ ਬਲੈਕਮੇਲਰ ਜਿਹੜੇ ਹਨੀ ਟ੍ਰੈਪ ਲਾ ਕੇ ਲੋਕਾਂ ਦੀ ਜ਼ਿੰਦਗੀ ਖਰਾਬ ਕਰਦੇ, ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮੈਨੂੰ ਤਾਂ ਲੱਗਦਾ ਇਹਨਾਂ ਦੀ ਜਿਹੜੀ ਜ਼ਿੰਦਗੀ ਰਹਿੰਦੀ ਹੈ ਉਹ ਜੇਲ੍ਹ 'ਚ ਬੀਤਣੀ ਚਾਹੀਦੀ ਹੈ, ਬਾਹਰ ਨਹੀਂ ਬੀਤਣੀ ਚਾਹੀਦੀ। ਨਹੀਂ ਤਾਂ ਇਹਨਾਂ ਨੇ ਹੋਰ ਕਿਸੇ ਨੂੰ ਨਹੀਂ ਛੱਡਣਾ, ਕੋਈ ਨਾ ਕੋਈ ਇਹਨਾਂ ਨੇ ਹੋਰ ਐਦਾਂ ਹੀ ਆਪਦੇ ਗੇਮ ਦੇ ਵਿੱਚ ਫਿੱਟ ਕਰਕੇ ਉਹਦੀ ਜ਼ਿੰਦਗੀ ਖਰਾਬ ਕਰ ਦੇਣੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਮੈਂ ਪਿਛਲੇ ਕੁਝ ਦਿਨਾਂ ਪਹਿਲਾਂ ਵੀ ਲਾਈਵ ਹੋਇਆ ਸੀਗਾ ਤੇ ਕੁਝ ਪ੍ਰੂਫ ਮੈਂ ਜਨਤਕ ਕੀਤੇ ਸੀਗੇ, ਤੇ ਅੱਜ ਜਿਹੜੇ ਲੋਕ ਕਹਿ ਰਹੇ ਸੀਗੇ ਕਿ ਕੋਈ ਸਾਹਮਣੇ ਤਾਂ ਆਇਆ ਨਹੀਂਗਾ ਪ੍ਰੂਫ, ਅੱਜ ਜਿਨ੍ਹਾਂ ਦੇ ਨਾਲ ਵਧੀਕੀਆਂ ਹੋਈਆਂ ਨੇ ਅੱਜ ਉਹ ਸਾਹਮਣੇ ਆ ਕੇ ਬੋਲ ਰਹੇ ਨੇ। ਤੇ ਜੋ ਅਸੀਂ SSP ਮੈਮ ਨੂੰ ਵੀ ਦਰਖਾਸਤ ਦੇ ਕੇ ਆਏ ਹਾਂ, ਤੇ ਮੈਨੂੰ ਉਮੀਦ ਹੈ ਪ੍ਰਸ਼ਾਸਨ ਤੋਂ ਕਿ ਉਹ ਜਲਦ ਕਾਰਵਾਈ ਕਰਨਗੇ ਤੇ ਅਗਲਾ ਜੋ ਇਹਨਾਂ ਨਾਲ ਹੋਇਆ ਹੈ ਇਹ ਆਪਣੇ ਬਾਰੇ ਜੋ ਇਹਨਾਂ ਨਾਲ ਹੋਇਆ ਇਹ ਦੱਸਣਗੇ ਜੀ। दीप कंबोज ने 7 महीने तक 7 महीने हो गए मुझे, दीप कंबोज ने मुझे मदद के बहाने बहुत यूज़ किया है। मैं उसके पास पिछले साल गई थी 12वें महीने में मदद मांगने के लिए, जो मेरा 47 नंबर केस है उसके लिए। वो मदद के नाम पे उस बंदे ने मुझे, दीप कंबोज ने बहुत यूज़ किया है और अभी तक करता रहा है। अभी 16 तारीख को मेरी प्रेगनेंसी रिपोर्ट आई थी, मैं प्रेग्नेंट थी, तो कल उसने समाइल कंबोज और अमन कंबोज और एक उनके साथ कोई बंदा है जो उनके ऑफिस का ही है, मैं वैसे उसे नहीं जानती, उसके साथ आके उन लोगों ने मुझे दवाई दे दी। कल से मेरी मतलब तबीयत ठीक नहीं है, ये मेरी प्रेगनेंसी रिपोर्ट है। मतलब दीप कंबोज ने मदद के नाम पे बहुत यूज़ किया, मेरा बहुत ज़्यादा यूज़ किया और टॉर्चर इतना ज़्यादा किया है जिसकी कोई हद नहीं, लिमिट क्रॉस कर दी उन लोगों ने, इतना मुझे टॉर्चर किया है। विजय कंबोज ने मुझे बहुत कुछ बोला है, गाली गलौज भी उस बंदे ने की है। स्माइल, अमन, एक इनके साथ एक और बंदा है, मुझे बहुत टॉर्चर किया, यहाँ तक कि मेरे ट्रीटमेंट भी चल रहे हैं। जब आपने इसका विरोध किया हाँ जी, तब उनका क्या रिएक्शन? विरोध किया तो यही है कि नाम है, आप अपना देख लो, कल को पछताओगे अगर सामने अगर आप आते हो तो।
फिर मुझे इस बात से डर भी था भी आम आदमी पार्टी का है भी कल को मुझे नुकसान पहुंचा सकता है, पर डर के चलते भी फिर कितना टाइम, क्योंकि बिना मेरी परमिशन के इन लोगों ने मुझे दवाई दे दी, बिना मेरी परमिशन के ये लोग सब कुछ करते रहे हैं। दीप कंबोज ने सिर्फ एक कि आपकी माँ और भाई का नाम निकलवा दूंगा, उस केस से नाम निकलवाना तो दूर, उस केस का कभी जिक्र भी नहीं हुआ। उसके पास मेरे कुछ फ़ोटोज़ हैं जो सही नहीं है। जब आपने आवाज़ उठाई उसके बाद फिर किस तरह से, कितना आपको जो प्रताड़ित किया गया? मुझे मानसिक रूप से? पिछले एक हफ्ते से मेरी वो हालत है जो मैं बता नहीं सकती। मुझे इतना ज़्यादा टॉर्चर, और दीप कंबोज, संबाइल, इन लोगों के, मैं अगर इनका फ़ोन भी अगर ना अटेंड करूँ तो ये लोग सीधा गंगानगर पहुँचते हैं। 16 तारीख को मेरी रिपोर्ट आई है, 16 तारीख को ये गंगानगर, मतलब मैं अगर इनसे टच में अगर ना रहूँ, मैं अगर कोई कार्रवाई करने की कोशिश करती हूँ, फिर ये सीधा गंगानगर आपके घर आ जाएंगे, हम ये कर देंगे, हम वो कर देंगे। आपने बताया 16 तारीख को कौन कौन आया था, आप बता सकते हैं अभी कौन कौन आया था हाँ पर्टिकुलर जी, नाम? मेरे पास एक स्माइल कंबोज और एक दीप कंबोज। वो खुद आए थे? हाँ जी, इनके साथ एक और भी जना था, मतलब वो मेरे सामने नहीं आया। इतने चਿਰ से आप ਤੁਹਾਡਾ ਸ਼ੋਸ਼ਣ ਸਰੀਰਕ ਸ਼ੋਸ਼ਣ ਕਿੱਥੇ इलेक्शन ਕਰਦੇ ਪਹਿਲਾਂ ਦੀ ਗੱਲ ਹੈ ਕਿ ਇਲੈਕਸ਼ਨ ਬਾਅਦ ਦੀ? नहीं, ये इलेक्शनों से बाद की बात है, ये 12वें महीने की बात है। ਮੈਡਮ ਇਹ ਸਰੀਰਕ ਸ਼ੋਸ਼ਣ ਕਿੱਥੇ ਕਰਦੇ ਨੇ ਤੁਹਾਡੇ ਜੀ? ये गंगानगर, चंडीगढ़। बुलाते थे वहाँ पर चले गए? गंगानगर तो ये आता रहा है, जब इसका मतलब हफ्ते 10 दिन बाद ये बंदा आता रहा है वहाँ। और चंडीगढ़ ये मुझे लेके गया था, लेके तो इसलिए गया था कि सीएम सर से मिलवाऊंगा आपको, आप एप्लीकेशन देना चाहते हो। और 2 दिन मुझे वहाँ पे रखा, मिलवाया किसी से भी नहीं, ना मेरी कोई आगे एप्लीकेशन गई ना कुछ और, इंक्वायरी के लिए गई थी मैं वहाँ पे। अब क्या लगता है मिलेगा इनसे? उम्मीद करती हूँ मैं, एसएसपी मैडम ने की आश्वासन दिया? जो कार्रवाई बनती कार्रवाई वो करेंगे। उम्मीद करती हूँ कि कार्रवाई हो इन लोगों की। मैडम पहले आपने कोई इतना कंप्लेंट दी? टाइम तक आपका शोषण होता रहा, इससे पहले आपने आवाज़ क्यों नहीं उठाई? अगर मैं ऐसा- आवाज़ उठाती, पर मुझे ये मतलब एक इस बंदे ने बार बार मुझ पे एक दबाव बना के रखा भी, मेरा नाम है, मुझ पे जो 47 नंबर मुकदमा किया गया है वो भी इसी बंदे के approach से 47 हुआ है। नंबर मुकदमा जिसका आपने उल्लेख किया है, उसके बारे में कुछ बताएंगे? वो क्या था, किस वो कैसे हुआ मुकदमा था? बिल्कुल झूठा मुकदमा है। उसमें मेरी फैमिली को टारगेट किया गया था, मेरी मम्मा को, मेरे भाई को। उसमें ना कोई एविडेंस है ना कुछ और, वो सिर्फ अप्रोच की वजह से हुआ है, वो भी कंबोज नहीं करवाया था। वो भी कंपोज नहीं करवाया? लास्ट में इसने स्वीकार भी कर लिया कि उस टाइम आपको जानता नहीं था, और मेरे पास वो आया था केस के लिए, इस बंदे ने वो केस दर्ज करवाया। उसमें क्या आरोप क्या लगे थे आप पर? उसने 420 के हैं कि मैंने उससे 8 लाख रुपए लिए हैं। 8 लाख रुपए अगर उसके पास होते तो वो बंदा मेरे रेंट पे रहता था हमारे घर पे गंगानगर में? गंगानगर। उसने फ्लैट लिया हुआ था मेरा, तो 8 लाख वो बोल रहा है कैश लिए हैं मेरे अकाउंट में, तो मेरा पूरा मतलब रेंट भी नहीं आया हुआ। तो पहले पुलिस ने उसमें कोई इंक्वायरी नहीं करी? आप क्या मानते हो कि पुलिस ने भी धक्का किया आपके पास? इस चीज़ में तो किया है, बिल्कुल किया है। दीप की शय पर भी दीप कंबोज की शायद। इससे पहले भी किसी एक मुकदमे में इन्वॉल्व रहे हैं आप? 22 नंबर से पहले भी किसी मुकदमे में, जो उसके बारे में? मेरे हस्बैंड के साथ तो चल रहा है, वो तो मेरी लाइफ है। नहीं नहीं, उसके यानी जो कंप्लेनेंट है 22 नंबर मुकदमे में, उसके साथ भी कोई? नहीं, ऐसा कुछ नहीं।